ਦੀਪ ਸਿੱਧੂ ਦੇ ਪਰਿਵਾਰ ਦੀ ਮੈਂ ਗੱਲ ਕਰਾਂ ਤਾਂ ਉਹਨਾਂ ਦੀ ਫੈਮਿਲੀ ਬਾਰੇ ਬਹੁਤ ਸਾਰੇ ਸਵਾਲ ਉੱਠ ਰਹੇ ਹੈ। ਉਹਨਾਂ ਦਾ ਵਿਆਹ ਬਾਰੇ ਥੋੜਾ ਦੱਸੋ, ਉਹਨਾਂ ਦਾ ਜੀਵਨ ਕਦੋਂ ਵਿਆਹ ਕਰਾਉਂਦੇ ਤੇ ਫਿਰ ਇਹ ਸੈਪਰੇਸ਼ਨ ਹੋਇਆ ਸੀ ਉਹਨਾਂ ਦਾ? 2011 ਤੋਂ ਕਹਿੰਦੇ ਸੈਪਰੇਸ਼ਨ। ਜੇ 2011 ਤੋਂ ਸੈਪਰੇਸ਼ਨ ਹੁੰਦੀ ਤੇ 2019 ਤੱਕ ਤਾਂ ਮੈਂ ਦੇਖਿਆ ਭਾਬੀ ਨੂੰ ਉੱਥੇ। ਭਾਬੀ ਵੀ ਉੱਥੇ ਰਹਿਣੇ ਵੀ ਨਾਲ ਖੇਡਿਆ। ਮੇਰੇ ਕੋਲ ਵੀਡੀਓਜ਼ ਆ ਫੋਨ ਦੇ ਵਿੱਚ, ਡੇਟ ਦੇ ਨਾਲ ਹੁੰਦੀਆਂ ਨੇ, ਉਹ ਡੇਟ ਦੇ ਨਾਲ ਮੈਂ ਦਿਖਾ ਸਕਦਾ ਕਿ ਜਿਵੇਂ ਉਹ ਕਹਿ ਰਹੀ ਹੈ ਵੀਡੀਓ ਦੇ ਵਿੱਚ। ਸੁਣੋ ਤੁਸੀਂ, ਉਹਨੇ ਕਾਫੀ ਟਾਈਮ ਕਹਿੰਦੀ ਮੈਂ ਨੀਚੇ ਗਿਰ ਗਈ, ਮੈਂ ਕਿੰਨਾ ਚਿਰ ਮੈਂ ਉਹ ਸਟਰਗਲ ਕਰਦੀ ਰਹੀ। ਇੰਨਾ ਤਾਂ ਟਾਈਮ ਨਹੀਂ ਸੀ ਕਿਉਂਕਿ ਉਹ ਇੱਕ ਇੰਟਰਵਿਊ ਤੋਂ ਬਾਅਦ ਵੀ ਆਈ ਹੈ ਕਿਸੇ ਮੁੰਡੇ ਦੀ। ਉਹ ਕਹਿੰਦੇ ਸਾਡੇ ਸਾਹਮਣੇ ਐਕਸੀਡੈਂਟ ਹੋਇਆ, ਅਸੀਂ ਨਾਲ ਦੀ ਨਾਲ ਕਾਰ ਪਹੁੰਚ ਗਏ। ਉਹਨੇ ਜੋ ਸਟਰਗਲ ਦੱਸੀ ਹੈ 5-7-10 ਮਿੰਟ ਦੀ ਸਟਰਗਲ ਦੱਸੀ ਹੈ ਕਾਰ ਦੇ ਵਿੱਚ। ਇੰਨੀ ਤਾਂ ਆਈ ਥਿੰਕ ਹੋਈ ਨਹੀਂ ਹੋਣੀ ਸਟਰਗਲ ਜਿੰਨੀ ਉਹ ਕਹਿ ਰਹੀ ਹੈ ਕਾਰ ਦੇ ਵਿੱਚ। ਉਹ ਕਹਿ ਰਹੀ ਮੈਂ ਸੀਟ ਚੱਕ ਕੇ ਪਈ ਸੀ, ਅਸੀਂ ਮੰਨ ਗਏ। ਇੱਕ ਤਾਂ ਐਕਸੀਡੈਂਟ ਦੇ ਟਾਈਮ ਮਤਲਬ ਆਪਦੀ ਇੰਟਰਵਿਊ 'ਚ ਕਹਿ ਰਹੀ ਹੈ ਵੀ ਮੈਂ ਬਾਈ ਦਾ ਮੂੰਹ ਨੂੰ ਐਂ ਕਰਕੇ ਦੇਖਿਆ। ਬਾਈ ਉੱਥੇ ਸਟਰਕ ਹੋਏ ਵੇ ਜਿਹੜੇ ਉੱਥੋਂ ਦੇ ਸੀਗੇ, ਉਹਨਾਂ ਨੇ ਵੀ ਇਹੀ ਦੱਸਿਆ ਵੀ ਉੱਥੋਂ ਮਤਲਬ ਉਹਨੂੰ ਜਿਹੜਾ ਹੈਗਾ ਕੱਢਣ ਵੇਲੇ ਮਤਲਬ ਪੂਰਾ ਮਤਲਬ ਫੋਰਸ ਲੱਗਿਆ। ਤਾਂ ਇਸ ਕਰਕੇ ਜਿਹੜਾ ਮਤਲਬ ਇਹ ਕਹਿਣਾ ਵੀ ਉਹਨੂੰ ਉਹ ਆਰਾਮ ਨਾਲ ਜੇ ਉਹਦਾ ਮੂੰਹ ਇਸ ਤਰ੍ਹਾਂ ਕਰਕੇ ਫਿਰ ਤੋਂ ਨਿਕਲਿਆ ਵੀ ਸੀ, ਫਿਰ ਤੋਂ ਉੱਥੇ ਇੰਨਾ ਟਾਈਮ ਲੱਗਣਾ ਹੀ ਨਹੀਂ ਸੀਗਾ। ਮੈਨੂੰ ਤਾਂ ਉਹਨੇ ਸਪੌਟ 'ਤੇ ਹੀ ਕਹਿਤਾ ਸੀ ਨਾ। ਮੈਂ ਉਹਨੂੰ ਸਪੌਟ 'ਤੇ ਹੀ ਪੁੱਛਿਆ ਸੀਗਾ ਕਿ ਕੀ ਹੋਇਆ ਰੀਨਾ। ਉਹ ਕਹਿੰਦੀ ਮੈਂ ਸੁੱਤੀ ਪਈ ਸੀ, ਬਸ ਮੈਂ ਉਹ ਸ਼ਿਟ ਦੀ ਆਵਾਜ਼ ਸੁਣੀ। ਗੱਲ ਕਿਹਦੇ ਨਾਲ ਹੁੰਦੀ ਰਹੀ ਤੁਹਾਡੀ? ਰੀਨਾ ਨਾਲ ਵੀ ਹੁੰਦੀ ਰਹੀ। ਉੱਥੇ ਇੱਕ ਬੰਦਾ ਹੋਰ ਸੀ ਜਿਹੜਾ ਮੈਨੂੰ ਤੁਸੀਂ ਰੀਨਾ ਦੇ ਫੋਨ ਤੇ ਫੋਨ ਕਰਦੇ ਰਹੇ? ਉਹ ਮੈਨੂੰ ਕਰਦੀ ਸੀ ਕਾਲ, ਰੀਨਾ ਤੁਹਾਨੂੰ ਫੋਨ ਕਰਦੀ ਸੀ? ਜਲਦੀ ਆ ਜਾਓ। ਇੱਕ ਬੈਗ ਸੀਗਾ ਜੋ ਦੀਪ ਸਿੱਧੂ ਦਾ, ਉਹਦੇ ਸਮਾਨ ਅਕਸਰ ਉਹ ਰੱਖਦਾ ਸੀਗਾ, ਉਹ ਸਾਰੇ ਜਾਣਦੇ ਆ। ਹਾਂਜੀ। ਉਹ ਬੈਗ ਮਿਲਿਆ ਤੁਹਾਨੂੰ? ਉਹ ਬੈਗ ਮਿਲਿਆ ਬਟ ਉਹਦੇ ਤੋਂ ਕਾਫੀ ਚੀਜ਼ਾਂ, ਉਹ ਖਾਲੀ ਸੀ ਬੈਗ। ਕੀ ਤੁਹਾਨੂੰ ਪਰਿਵਾਰ ਨੂੰ ਇਹ ਪਤਾ ਹੀ ਨਹੀਂ ਹੈ ਕਿ ਦੀਪ ਦਾ ਪੇਜ ਕੌਣ ਚਲਾ ਰਿਹਾ? ਇਹ ਹਾਲੇ ਨਹੀਂ ਪਤਾ। ਕੀ ਉਹਦੀ ਆਈਡੀ ਉਹਦੇ ਫੋਨ ਤੋਂ ਲੌਗਡ ਇਨ ਸੀਗੀ? ਉਹ ਫੋਨ ਪੁਲਿਸ ਕੋਲੇ ਹੈ ਜਾਂ ਕਿਤੇ ਹੋਰ ਹੈ? ਉਹਨੇ ਆਪਦਾ ਪੱਖ ਰੱਖਣ ਵਾਸਤੇ 1-2 ਵੀਡੀਓਜ਼ ਬਣਾਈਆਂ ਸੀ, ਤਾਂ ਉਹ ਚਾਹੁੰਦਾ ਸੀ ਵੀ ਆਪਦੇ ਪੇਜ ਤੇ ਪੋਸਟ ਕਰ ਦਈਏ। ਤਾਂ ਉਹ ਉਸ ਟਾਈਮ ਜਿਹੜਾ ਹੈਗਾ ਉਹ ਅਸੈਸ ਹੈ ਜਿਹੜਾ ਉਹ ਰੀਨਾ ਨੂੰ ਦੇਤਾ ਸੀ। ਦੀਪ ਦੀ ਮੌਤ ਤੋਂ ਬਾਅਦ ਕੋਈ ਪੋਸਟ ਪਈ ਹੈ ਉਹਦੇ ਤੇ? ਉਹ ਸਰ ਇੱਕ 20 ਫਰਵਰੀ ਨੂੰ ਸ਼ਾਇਦ ਇੱਕ ਪੋਸਟ ਪਈ ਸੀਗੀ। ਨਹੀਂ 18 ਨੂੰ ਸ਼ਾਇਦ, ਮੈਂ ਹਾਂ ਉਹ ਇੱਕ ਪੋਸਟ ਪਈ ਸੀਗੀ। ਉਹਦੇ 'ਤੇ ਸ਼ਾਇਦ ਲਿਖਿਆ ਸੀ ਰੈਸਟ ਇਨ ਪਾਵਰ। ਉਹਨੇ ਇੱਕ ਗੱਲ ਹੋਰ ਕਹੀ, ਕਹਿੰਦੀ ਵੀ 2018 'ਚ ਫਿਰ ਮੈਨੂੰ ਦਸੰਬਰ ਦੇ ਵਿੱਚ ਕਿਹਾ ਵੀ ਤੁਸੀਂ ਵਾਪਸ ਚਲੇ ਜਾਓ। ਉਸ ਟਾਈਮ ਦੀਪ ਕੋਲੇ ਪਾਸਪੋਰਟ ਨਹੀਂ ਸੀ। ਦੀਪ ਕੋਲੇ ਪਾਸਪੋਰਟ ਸੀਗਾ। ਦੀਪ ਦਾ ਪਾਸਪੋਰਟ ਇੰਪਾਊਂਡ ਹੋਇਆ ਹੈ ਅਪ੍ਰੈਲ 2021 'ਚ। ਇੱਕ ਵੱਡਾ ਦੋਸ਼ ਤੁਹਾਡੇ ਤੇ ਔਰ ਮਨਦੀਪ ਤੇ ਲੱਗਿਆ ਹੈ ਕਿ ਤੁਸੀਂ ਰੀਨਾ ਔਰ ਉਸਦੇ ਪਰਿਵਾਰ ਨੂੰ ਕ੍ਰਮੇਸ਼ਨ ਜਾਂ ਭੋਗ ਤੇ ਨਹੀਂ ਆਉਣ ਦਿੱਤਾ। ਉਹਦੇ ਵਿੱਚ ਇਹ ਬੋਲਿਆ, ਤੁਸੀਂ ਕਿਉਂ ਨਹੀਂ ਆਉਣ ਦਿੱਤਾ? ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦਿੰਦੀ ਹੈ ਔਰ ਬਹੁਤ ਸਾਰੇ ਸਵਾਲ ਪਰਿਵਾਰ ਦੇ ਜੀਆਂ ਦੇ ਉੱਤੇ ਖੜੇ ਕਰਦੀ ਹੈ। ਇਹਨਾਂ तमाम ਸਵਾਲਾਂ ਦੇ ਜਵਾਬ ਲੈਣ ਵਾਸਤੇ ਅੱਜ ਸਾਡੇ ਨਾਲ ਦੀਪ ਸਿੱਧੂ ਦੇ ਪਰਿਵਾਰਕ ਮੈਂਬਰ ਸਟੂਡੀਓ ਦੇ ਵਿੱਚ ਮੌਜੂਦ ਨੇ ਔਰ ਜੋ ਸਵਾਲ ਉੱਠੇ ਨੇ ਉਹਨਾਂ ਸਾਰਿਆਂ ਦੇ ਅੱਜ ਜਵਾਬ ਲਵਾਂਗੇ। ਔਰ ਦੀਪ ਸਿੱਧੂ ਦੇ ਕਰੀਬੀ ਦੋਸਤ ਔਰ ਉਹਨਾਂ ਦੇ ਵਕੀਲ ਹਰਿੰਦਰ ਸਿੰਘ ਖੋਸਾ ਸਾਹਿਬ ਵੀ ਸਾਡੇ ਨਾਲ ਨੇ। ਬਹੁਤ ਸਵਾਗਤ ਹੈ ਖੋਸਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਦੀਪ ਸਿੱਧੂ ਦੇ ਮਾਸੀ ਦੇ ਬੇਟੇ ਸਿਮਰ ਵੀ ਨੇ। ਬਹੁਤ ਸਵਾਗਤ ਹੈ ਜੀ ਤੁਹਾਡਾ ਵੀ। ਸਿਮਰ, ਤੁਹਾਡੇ ਤੋਂ ਸ਼ੁਰੂਆਤ ਕਰਨੀ ਚਾਹੁੰਦਾ। ਬੜੇ ਵੱਡੇ ਦੋਸ਼, ਬੜੇ ਤਰ੍ਹਾਂ ਦੇ ਐਲੀਗੇਸ਼ਨਸ ਨੇ ਜੋ ਰੀਨਾ ਰਾਏ ਦੀ ਆਮ ਸ਼ੋਰ ਉਹ ਇੰਟਰਵਿਊ ਤੁਸੀਂ ਸੁਣੀ ਹੋਣੀ ਹੈ। ਤੁਹਾਡਾ ਰਿਸ਼ਤੇ ਦੀ ਵੀ ਚਰਚਾ ਹੋਈ, ਇਹ ਵੀ ਗੱਲਾਂ ਹੋਈਆਂ ਕਿ ਸਿਮਰ ਕੌਣ ਹੈ। ਤਾਂ ਕੁਛ ਇੱਕ ਦੱਸੋ ਕਿ ਦੀਪ ਸਿੱਧੂ ਨਾਲ ਤੁਹਾਡਾ ਸੰਬੰਧ ਕੀ ਸੀ ਔਰ ਪਰਿਵਾਰਕ ਤੌਰ ਤੇ ਤੁਸੀਂ ਕਿਵੇਂ ਆਪਸ 'ਚ ਵਿਚਰਦੇ ਸੀ? ਦੇਖੋ ਜੀ, ਦੀਪ ਸਿੱਧੂ ਮੇਰੀ ਮਾਸੀ ਦਾ ਲੜਕਾ ਸੀ। ਮੈਂ ਉਹਨਾਂ ਦੇ ਨਾਲ ਜਦੋਂ ਉਹ ਪ੍ਰੈਕਟਿਸ ਕਰਦੇ ਸੀ ਉੱਥੇ, ਉਦੋਂ ਵੀ ਉਹਨਾਂ ਦੇ ਨਾਲ ਹੁੰਦਾ ਸੀ। ਬਾਅਦ 'ਚੋਂ ਅਸੀਂ ਫਿਲਮਾਂ ਬਣਾਉਣ ਲੱਗ ਗਏ, ਉਦੋਂ ਵੀ ਉਹਨਾਂ ਦੇ ਨਾਲ ਹੁੰਦਾ ਸੀ। 2014 ਤੋਂ ਮੈਂ ਰਮਤਾ ਜੋਗੀ ਤੋਂ ਅਸੀਂ ਫਿਲਮਾਂ ਦੀ ਸ਼ੁਰੂਆਤ ਕੀਤੀ ਹੈ। ਉਦੋਂ ਪਹਿਲਾਂ ਵਕਾਲਤ ਕਰਦੇ ਸੀ ਬਾਈ, ਉਹਨਾਂ ਨਾਲ ਉੱਥੇ ਵਕਾਲਤ ਬੰਬੇ ਰਹਿੰਦੇ ਸੀ ਤੁਸੀਂ? ਤਾਂ ਪਰਿਵਾਰਕ ਤੌਰ ਤੇ ਦੀਪ ਸਿੱਧੂ ਦੇ ਪਰਿਵਾਰ ਦੀ ਮੈਂ ਗੱਲ ਕਰਾਂ ਤਾਂ ਉਹਨਾਂ ਦੀ ਫੈਮਿਲੀ ਬਾਰੇ ਬਹੁਤ ਸਾਰੇ ਸਵਾਲ ਉੱਠ ਰਹੇ ਹੈ। ਉਹਨਾਂ ਦਾ ਵਿਆਹ ਬਾਰੇ ਥੋੜਾ ਦੱਸੋ, ਉਹਨਾਂ ਦਾ ਜੀਵਨ ਕਦੋਂ ਵਿਆਹ ਕਰਾਉਂਦੇ ਤੇ ਫਿਰ ਇਹ ਸੈਪਰੇਸ਼ਨ ਹੋਇਆ ਸੀ ਉਹਨਾਂ ਦਾ? ਨਹੀਂ ਜੀ, ਕੋਈ ਸੈਪਰੇਸ਼ਨ ਨਹੀਂ ਹੋਇਆ ਸੀਗਾ।
ਜਦੋਂ ਮੈਂ ਉੱਥੇ ਹੁੰਦਾ ਸੀ, ਭਾਬੀ ਵੀ ਉੱਥੇ ਸੀ, ਰੈਨੇ ਵੀ ਉੱਥੇ ਸੀ। ਅਸੀਂ 2018 ਤੱਕ ਤਾਂ ਮੈਂ ਉੱਥੇ ਲਗਾਤਾਰ ਜਾਂਦਾ ਰਿਹਾ, ਫਿਲਮਾਂ ਬਣਾਉਂਦੇ ਰਹੇ ਹਾਂ। ਜੋਰਾ, ਰੰਗ ਪੰਜਾਬ, ਦੇਸੀ, ਇਹ ਸਾਰੀਆਂ ਫਿਲਮਾਂ ਮੈਂ ਐਗਜ਼ੀਕਿਊਟ ਕਰਦਾ ਸੀਗਾ ਤੇ ਉੱਥੇ ਹੀ ਹੁੰਦੇ ਸੀਗੇ। 2019 ਤਾਂ ਵਕੇਸ਼ਨਸ ਤੇ ਵੀ ਗਏ ਆ ਇੰਗਲੈਂਡ, ਸਾਰੀ ਫੈਮਿਲੀ, ਪੂਰੀ ਫੈਮਿਲੀ। ਦੀਪ ਸਿੱਧੂ ਦੀ ਵਾਈਫ, ਦੀਪ ਸਿੱਧੂ ਬੇਟੀ ਵਕੇਸ਼ਨ ਤੇ ਜਾ ਕੇ ਆਏ ਆ ਜੀ। ਹਾਂ, 2019 ਦੇ ਵਿੱਚ ਲਗਭਗ ਅੰਦੋਲਨ ਤੋਂ ਪਹਿਲਾਂ ਹੀ, ਜਦੋਂ ਦੀਪ ਸਿੱਧੂ ਪੰਜਾਬ ਆਇਆ ਉਸ ਤੋਂ ਪਹਿਲਾਂ ਹੀ ਜੀ। ਹਾਂਜੀ, ਇਹਦੇ ਉੱਤੇ ਕਾਨੂੰਨੀ ਪੱਖ ਵੀ ਮੈਂ ਤੁਹਾਡਾ ਜਾਣਨਾ ਚਾਹੁੰਦਾ। ਇਹ ਤੁਹਾਨੂੰ, ਕਿਉਂਕਿ ਤੁਸੀਂ ਕਰੀਬੀ ਦੋਸਤ ਸੀਗੇ ਖੋਸਾ ਸਾਹਿਬ, ਤੁਸੀਂ ਕਿੰਨਾ ਕੁ ਜਾਣਦੇ ਹੋ ਦੀਪ ਸਿੱਧੂ ਦਾ ਆਪਦੇ ਪਰਿਵਾਰਕ ਰਿਲੇਸ਼ਨ, ਜਿਹੜਾ ਨਿੱਜੀ ਰਿਲੇਸ਼ਨ ਕੈਸਾ ਸੀ? ਮਕੜ ਸਾਹਿਬ, ਜਿੱਥੋਂ ਤੱਕ ਮੈਂ ਦੀਪ ਨੂੰ ਜਾਣਦਾ, ਉਹ ਜੇ ਅੰਦੋਲਨ 'ਚ ਸੀਗਾ ਜਾਂ ਉਹ ਕਿਤੇ ਵੀ ਸੀਗਾ, ਉਹ ਆਪਦੀ ਬੇਟੀ ਰਹਿਣਾ ਤੇ ਵਾਈਫ ਨਾਲ ਦਿਨ 'ਚ ਘੱਟੋ ਘੱਟ 5 ਤੋਂ 6 ਵਾਰ ਗੱਲ ਕਰਦਾ ਸੀ ਜਦੋਂ ਵੀ। ਹਾਂ, ਹਰ ਟਾਈਮ। ਤੇ ਇਹ ਵੀ ਨਹੀਂ ਸੀਗਾ ਵੀ ਮੇਰੇ ਕੋਲੇ ਵੀ ਦੀਪ ਨੇ ਜਾਣਾ ਰਹਿਣਾ, ਤਾਂ ਉਹ ਹਰ ਟਾਈਮ ਘਰੇ ਵੀ ਗੱਲ ਚੱਲਦੀ ਆਪਦੀ ਫੈਮਿਲੀ ਦੀ। ਤਾਂ ਜਿਹੜੀ ਸੈਪਰੇਸ਼ਨ ਦੀ ਜਿਹੜੀ ਗੱਲ ਹੈ, ਸੈਪਰੇਸ਼ਨ ਵਾਲੀ ਗੱਲ ਜਿਹੜੀ ਦਰਅਸਲ ਝੂਠੀ ਤੇ ਬੇਬੁਨਿਆਦ ਹੈ, ਇਹਦੇ 'ਚ ਕੋਈ ਸੱਚਾਈ ਨਹੀਂ ਹੈ। ਤੇ ਦੂਜੀ ਗੱਲ ਇਹ ਵੀ ਹੈ ਵੀ ਜੇ ਸੈਪਰੇਸ਼ਨ ਦੀ ਜੇ ਕੋਈ ਹੋਵੇ, ਪ੍ਰੋਸੀਡਿੰਗਸ ਹੋਣਗੀਆਂ, ਤਾਂ ਉਹਦੇ ਵਾਸਤੇ ਕੋਈ ਉਹਨਾਂ ਨੂੰ ਤਾਂ ਨੋਟਿਸ ਜਾਊਗਾ ਜਾਂ ਕੁਛ ਉਹਨਾਂ ਕੋਲੇ ਕੋਈ ਤਾਂ ਸੰਮਨ ਵਗੈਰਾ ਜਾਊਗਾ। ਜੇ ਕੋਈ ਸੈਪਰੇਸ਼ਨ ਦੀ ਗੱਲ ਕਰਦੇ ਆ ਤਾਂ ਐਸੀ ਕੋਈ ਗੱਲ ਹੁੰਦੀ ਤਾਂ ਸਾਨੂੰ ਪਤਾ ਲੱਗਦਾ। ਤਾਂ ਤੁਸੀਂ ਦੇਖਿਆ ਭੋਗ 'ਤੇ ਵੀ ਔਰ ਉਦੋਂ ਬਾਅਦ ਵੀ ਸਾਰੀ ਫੈਮਿਲੀ ਇਕੱਠੀ ਹੈ, ਤਾਂ ਉਹਦੇ 'ਚ ਜਿਹੜਾ ਹੈਗਾ ਕੋਈ ਸੱਚਾਈ ਨਹੀਂ ਹੈ। ਜਿਹੜਾ ਉਹ ਲਾਈਵ ਚੱਲਿਆ ਉਹਦੇ ਵਿੱਚ ਤੁਸੀਂ ਵੀ ਜਾ ਕੇ ਆਪਦੀ ਗੱਲਬਾਤ ਕਰਦੇ ਹੋ, ਤੁਸੀਂ ਕੁਝ ਪੁਆਇੰਟਸ ਰੇਜ਼ ਕਰਦੇ ਹੋ, ਕਿਹੜੇ ਤੁਸੀਂ ਕੀ ਕਹਿਣਾ ਚਾਹੁੰਦੇ ਸੀਗੇ ਜਿਸ ਦੇ ਵਿੱਚ ਰੀਨਾ ਰਾਏ ਜਿਹੜੀ ਹੈ ਉਹ ਇੰਟਰਵਿਊ ਦੇ ਰਹੇ ਸੀ? ਉਹਦੇ 'ਚ ਕੀ ਹੈ ਕਿ ਰੀਨਾ ਨੇ 2 ਐਲੀਗੇਸ਼ਨ ਲਗਾਏ। ਇੱਕ ਤਾਂ ਇਹ ਕਿ ਜਿਹੜਾ ਇਹ ਮੇਰਾ ਫੋਨ, ਮਨਦੀਪ ਨੂੰ ਕਹੇ ਵੀ ਮੇਰਾ ਫੋਨ ਜਿਹੜਾ ਹੈਗਾ ਉਹਨਾਂ ਕੋਲ ਹੈ। ਉਹ ਰੀਨਾ ਨੇ ਨਾ ਤਾਂ ਉਹਦਾ ਫੋਨ ਦਾ ਮਾਡਲ ਦੱਸਿਆ, ਉਹਨੇ ਨੰਬਰ ਜ਼ਰੂਰ ਦੱਸੇ ਸੀ 2। ਉਹ ਨੰਬਰ ਜਿਹੜੇ ਦੋਨੇ ਨੰਬਰ ਹੈ ਉਹ ਰੀਚਾਰਜ ਤਕਰੀਬਨ ਮੈਂ ਉਹਨਾਂ ਨੂੰ ਕਰਦਾ ਰਿਹਾ, ਕਿਉਂਕਿ ਥਰੂ ਪੇ ਕਿਹਦੇ ਨੰਬਰ ਸੀ? ਉਹ ਬਾਈ ਦੀਪ ਦੇ ਨੰਬਰ ਸੀ। ਅੱਛਾ, ਤਾਂ ਮੋਸਟਲੀ ਜਿਹੜਾ ਹੈਗਾ ਬਾਈ ਦੀਪ ਦਾ ਤਕਰੀਬਨ ਮੈਂ ਜਿਹੜਾ ਇਹ ਲਾਸਟ 62 ਡਿਜਿਟ ਵਾਲਾ ਨੰਬਰ ਹੈ ਲਾਸਟ, ਉਹ ਮੈਂ 13 ਫਰਵਰੀ ਨੂੰ ਰੀਚਾਰਜ ਕਰਾਇਆ। ਸੈਟਰਡੇ ਸੀਗਾ, ਮੈਨੂੰ ਯਾਦ ਹੈ, ਮੈਨੂੰ ਬਾਈ ਦਾ ਫੋਨ ਆਇਆ ਤਾਂ ਮੈਂ ਉਸ ਦਿਨ ਰੀਚਾਰਜ ਕਰਵਾਇਆ। ਤਾਂ ਈਵਨ ਕਿੱਥੇ ਨੇ ਉਹ ਫੋਨਸ? ਜਿਹੜਾ ਫੋਨ ਹੈਗਾ ਉਹ ਤਾਂ ਉੱਥੇ ਪੁਲਿਸ ਨੇ ਲੈ ਲਏ ਸੀ, ਕਸਟਡੀ 'ਚ ਲੈ ਲਏ ਸੀਗੇ। ਜਿਹੜਾ ਸਾਨੂੰ ਨਹੀਂ ਪਤਾ, ਸਾਨੂੰ ਕੁਝ ਨਹੀਂ ਮਿਲਿਆ ਉਸ ਦਿਨ। ਅਸੀਂ ਤਾਂ ਮਤਲਬ ਉੱਥੇ ਗਏ ਹਾਂ ਤਾਂ ਸਾਡਾ ਮਤਲਬ ਸੋ ਮਚ ਪੈਨਿਕ, ਜਦੋਂ ਅਸੀਂ ਇਹ ਦੇਖਿਆ ਸਾਨੂੰ ਪਤਾ ਲੱਗਿਆ ਤਾਂ ਅਸੀਂ ਕਾਫੀ ਪੈਨਿਕ 'ਚੋਂ ਗੁਜ਼ਰ ਰਹੇ ਸੀਗੇ। ਸਾਨੂੰ ਕੁਝ ਨਹੀਂ ਸਮਝ ਆ ਰਿਹਾ ਸੀ, ਅਸੀਂ ਕੁਝ ਨਹੀਂ ਮਤਲਬ ਕਲੈਕਟ ਜਾਂ ਹੋਰ ਕੁਝ ਕੀਤਾ। ਬਾਈ ਦਾ ਇੱਕ 6S ਫੋਨ ਹੈਗਾ, ਉਹ ਮਿਸਿੰਗ ਹੈ। ਉਹ ਕੀ ਜਿਹੜਾ ਬਾਈ ਦੇ ਕੋਲੇ ਹੁੰਦਾ ਸੀ, ਉਹਦੇ ਬੈਗ ਦੇ ਵਿੱਚ ਜੋ ਸਮਾਨ ਸੀਗਾ ਉਹ ਸਾਰਾ ਤਕਰੀਬਨ ਮਿਸਿੰਗ ਹੈ। ਉਹ ਸਾਨੂੰ ਨਹੀਂ ਪਤਾ ਹੈ, ਹਜੇ ਤੱਕ ਤਾਂ ਮੈਨੂੰ ਕੋਈ ਹੋਇਆ ਨਹੀਂ ਹੈ। ਤਾਂ ਉਹ ਦੂਸਰਾ ਜਿਹੜਾ ਫੋਨ ਹੈ ਉਹ ਅਸੀਂ ਪੁਲਿਸ ਕੋਲੇ ਹੈਗਾ, ਉਹ ਅਸੀਂ ਉਹਨਾਂ ਤੋਂ ਜਿਹੜਾ ਹੈਗਾ ਆਪਦੀ ਲੀਗਲ ਪ੍ਰੋਸੀਡਿੰਗ ਰਾਹੀਂ ਲੈ ਲਾਂਗੇ। ਤੁਸੀਂ ਤੁਹਾਡੇ ਕੀ ਕੰਸਰਨ ਸੀ ਜਦੋਂ ਤੁਸੀਂ ਇਹ ਤਮਾਮ ਸੁਣਿਆ ਹੋਣਾ ਹੈ? ਕਿਹੜੀਆਂ ਗੱਲਾਂ ਤੁਹਾਨੂੰ ਲੱਗਦਾ ਹੈ ਕਿ ਠੀਕ ਨਹੀਂ ਹੈਗੀਆਂ? ਦੇਖੋ, ਇੱਕ ਤਾਂ ਆਹੀ ਸੈਪਰੇਸ਼ਨ ਵਾਲੀ ਗੱਲ, 2011 ਤੋਂ ਕਹਿੰਦੇ ਸੈਪਰੇਸ਼ਨ। ਜੇ 2011 ਤੋਂ ਸੈਪਰੇਸ਼ਨ ਹੁੰਦੀ ਤੇ 2019 ਤੱਕ ਤਾਂ ਮੈਂ ਦੇਖਿਆ ਭਾਬੀ ਨੂੰ ਉੱਥੇ, ਭਾਬੀ ਵੀ ਉੱਥੇ, ਰਹਿਣੇ ਵੀ ਨਾਲ ਖੇਡਿਆ। ਮੇਰੇ ਕੋਲ ਵੀਡੀਓਜ਼ ਆ ਫੋਨ ਦੇ ਵਿੱਚ, ਡੇਟ ਦੇ ਨਾਲ ਹੁੰਦੀਆਂ ਨੇ। ਉਹ ਡੇਟ ਦੇ ਨਾਲ ਮੈਂ ਦਿਖਾ ਸਕਦਾ ਕਿ ਡੇਟ 16 ਮਾਰਚ ਦੀ, ਅਪ੍ਰੈਲ ਦੀ 2016 ਦੀ, 17 ਦੀ ਬਰਥਡੇ ਸੈਲੀਬ੍ਰੇਟ ਕੀਤਾ ਅਸੀਂ ਉੱਥੇ, ਕਿਉਂਕਿ ਬਰਥਡੇ ਸੇਮ ਹੀ ਆਉਂਦੇ ਸੀ। ਫਸਟ ਵੀਕ ਦੇ ਵਿੱਚ ਬਰਥਡੇ ਆਉਂਦੇ ਸੀ, 1 ਨੂੰ ਰਹਿਣੇ ਦਾ, 2 ਨੂੰ ਦਾ ਬਾਈ ਦਾ ਤੇ 5 ਨੂੰ ਭਾਬੀ ਦਾ, ਤੇ ਉਹ ਅਸੀਂ ਸੈਲੀਬ੍ਰੇਟ ਕੀਤਾ ਉਹਦੇ ਨਾਲ, ਜਿਹਦੇ 'ਚ ਮੇਰੇ ਖਿਆਲ ਸਨੀ ਦਿਓਲ ਤੇ ਬੌਬੀ ਦਿਓਲ ਵੀ ਨੇ। ਹਾਂਜੀ, ਬਿਲਕੁਲ ਜੀ, ਬਿਲਕੁਲ। ਤੇ ਉਦੋਂ ਰਹਿਣੇ ਨਾਲ ਖੇਡਦੇ ਦੀਆਂ ਸਾਡੀਆਂ ਵੀਡੀਓ, ਸਕੂਟਰ ਚਲਾ ਰਹੇ ਆ, ਉਹ ਸਾਰਾ ਮੈਂ 2018 ਤੱਕ ਤਾਂ ਉੱਥੇ ਮੈਂ ਖੁਦ ਸੀ ਉੱਥੇ। ਤੇ ਉਹ ਕੋਈ ਕਹਿ ਹੀ ਨਹੀਂ ਸਕਦਾ ਕਿ 2011 ਸੈਪਰੇਸ਼ਨ ਸੀ। ਜਿਵੇਂ ਹੁਣ ਬਾਈ ਨੇ, ਖੋਸਾ ਬਾਈ ਨੇ ਕਿਹਾ ਕਿ ਕੋਈ ਸੰਬੰਧ ਨਹੀਂ, ਕੋਈ ਕੁਛ ਨਹੀਂ, ਤੇ ਉਹ ਬਿਨਾਂ ਆਪਣੇ ਆਪ ਹੀ ਹੋ ਗਿਆ ਸਾਰਾ ਕੁਝ, ਉਹ ਹਵਾ 'ਚ ਹੀ ਹੋ ਗਿਆ ਸਾਰਾ ਕੁਝ। ਮੈਂ ਇੱਥੇ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ। ਮੈਂ ਇੱਕ ਰੀਕਲੈਕਟ ਕੀਤੀ ਗੱਲ ਨੂੰ ਕਿ ਉਹਨੇ ਸਟਾਰਟਿੰਗ ਦੇ ਵਿੱਚ ਜਿਹੜਾ ਇਹ ਗੱਲ ਕਹੀ ਵੀ 2018 ਤੋਂ ਮੈਂ ਬੰਬੇ ਦੀਪ ਨਾਲ ਰਹਿ ਰਹੀ ਸੀ। ਤਾਂ ਜੇ ਦੀਪ ਨਾਲ ਰਹਿ ਰਹੀ ਸੀ ਤਾਂ ਕੋਈ ਉਸ ਤਰ੍ਹਾਂ ਦਾ ਕੋਈ ਉੱਥੋਂ ਦਾ ਕੋਈ ਰੈਜ਼ੀਡੈਂਸ ਜਾਂ ਕੋਈ ਨਾ ਤਾਂ ਉਹਨੇ ਐਡਰੈਸ ਦੱਸਿਆ ਵੀ ਕਿੱਥੇ ਰਹਿ ਰਹੀ ਸੀ ਤੇ ਕਿੱਥੇ ਨਹੀਂ। ਜਿੱਥੇ ਕਿ ਇੱਕ ਫੈਮਿਲੀ ਪਹਿਲਾਂ ਆਲਰੇਡੀ ਆਪਦੇ ਬੱਚੇ ਨਾਲ ਰਹਿ ਰਹੀ ਹੈ, ਤਾਂ ਹਾਊ ਇਟ ਇਜ਼ ਪੋਸੀਬਲ ਵੀ ਤੁਸੀਂ ਰਹਿ ਰਹੇ ਹੋ। ਤੇ ਫਿਰ ਉਹਨੇ ਇੱਕ ਗੱਲ ਹੋਰ ਕਹੀ, ਕਹਿੰਦੀ ਵੀ 2018 'ਚ ਫਿਰ ਮੈਨੂੰ ਦਸੰਬਰ ਦੇ ਵਿੱਚ ਕਿਹਾ ਵੀ ਤੁਸੀਂ ਵਾਪਸ ਚਲੇ ਜਾਓ। ਉਸ ਟਾਈਮ ਦੀਪ ਕੋਲੇ ਪਾਸਪੋਰਟ ਨਹੀਂ ਸੀ।
ਦੀਪ ਕੋਲੇ ਪਾਸਪੋਰਟ ਸੀਗਾ। ਦੀਪ ਦਾ ਪਾਸਪੋਰਟ ਇੰਪਾਊਂਡ ਹੋਇਆ ਅਪ੍ਰੈਲ 2021 ਚ, ਜਦੋਂ ਉਹਦੀ ਬੇਲ ਗ੍ਰਾਂਟ ਕੀਤੀ ਹੈ ਕੋਰਟ ਨੇ। ਉਹਦੇ ਕੋਲ 2021 ਤੱਕ ਉਹਦਾ ਪਾਸਪੋਰਟ ਸੀਗਾ। ਮੈਨੂੰ ਖੁਦ ਪਤਾ ਵੀ ਇਹ ਜਿਹੜਾ ਪਾਸਪੋਰਟ ਵੀ ਇੰਪਾਊਂਡ ਅਸੀਂ ਕਰਾਇਆ ਆਈਓ ਕੋਲੇ, ਤਾਂ ਉਹ 2021 ਚ ਇੰਪਾਊਂਡ ਕਰਾਇਆ, ਤਾਂ ਉਹ 2018 ਚ ਤਾਂ ਉਹਦੇ ਕੋਲ ਪਾਸਪੋਰਟ ਸੀਗਾ, ਜਿਹੜਾ ਉਹ ਕਹਿ ਰਹੀ ਹੈ ਵੀ ਦਸੰਬਰ ਚ ਮੈਂ ਜਿਹੜਾ ਹੈਗਾ ਆਫਟਰ ਕ੍ਰਿਸਮਸ ਮੈਂ ਵਾਪਸ ਚਲੀ ਗਈ ਤੇ ਮੁੜ ਕੇ ਮਤਲਬ ਸਾਡਾ ਪਲਾਨ ਸੀਗਾ। ਤੇ ਉਹ ਜਿਹੜਾ ਮਤਲਬ ਟੋਟਲੀ ਇੱਕ ਵੱਡਾ ਦੋਸ਼ ਤੁਹਾਡੇ ਤੇ ਔਰ ਮਨਦੀਪ ਤੇ ਲੱਗਿਆ ਹੈ ਕਿ ਤੁਸੀਂ ਰੀਨਾ ਔਰ ਉਸਦੇ ਪਰਿਵਾਰ ਨੂੰ ਕ੍ਰਮੇਸ਼ਨ ਜਾਂ ਭੋਗ ਤੇ ਨਹੀਂ ਆਉਣ ਦਿੱਤਾ। ਉਹਦੇ ਵਿੱਚ ਇਹ ਬੋਲਿਆ, ਤੁਸੀਂ ਕਿਉਂ ਨਹੀਂ ਆਉਣ ਦਿੱਤਾ? ਨਹੀਂ, ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ। ਉਹਦੇ ਜਿਸ ਦਿਨ ਐਕਸੀਡੈਂਟ ਹੁੰਦਾ ਉਸ ਦਿਨ ਮੇਰੀ ਉਹਦੇ ਨਾਲ ਗੱਲ ਹੋਈ ਹੈ ਕਿ ਐਕਸੀਡੈਂਟ ਹੋ ਗਿਆ। ਅਸੀਂ ਕਿਹਾ ਅਸੀਂ ਚੱਲ ਰਹੇ ਹਾਂ, ਆ ਰਹੇ ਹਾਂ। ਇੱਕ ਤਾਂ ਉਹਨੇ ਦੋਸ਼ ਲਾਇਆ ਕਿ ਮਨਦੀਪ ਨੇ ਕਿਹਾ ਕਿ ਮੈਂ ਇੱਥੇ ਹੈ ਹੀ ਨਹੀਂ। ਉਹ ਤਾਂ ਆਬਵੀਅਸਲੀ ਗੱਲ ਹੈ, ਮਨਦੀਪ ਤਾਂ ਪੰਜਾਬ ਹੈ, ਠੀਕ ਹੈ। ਉਹ ਕਹਿ ਰਹੀ ਹੈ ਮਨਦੀਪ ਨੇ, ਮੈਂ ਮਨਦੀਪ ਨੂੰ ਕਾਲ ਕੀਤਾ, ਮਨਦੀਪ ਕਹਿੰਦਾ ਮੈਂ ਇੱਥੇ ਹੈ ਨਹੀਂ, ਮੈਂ ਆ ਨਹੀਂ ਸਕਦਾ। ਇਹ ਤਾਂ ਇੱਕ ਗੱਲ ਸਰ ਝੂਠੀ ਹੈ। ਮਨਦੀਪ ਉੱਥੇ ਦਿੱਲੀ ਤਾਂ ਹੈ ਹੀ ਨਹੀਂ ਸੀਗਾ, ਮਨਦੀਪ ਪੰਜਾਬ ਹੈ। ਮਨਦੀਪ ਦਾ ਨਾਲ ਦੀ ਨਾਲ ਮੈਨੂੰ ਕਾਲ ਆਇਆ ਕਿ ਬਾਈ ਦਾ ਐਕਸੀਡੈਂਟ ਹੋ ਗਿਆ, ਜ਼ਿਆਦਾ ਲੱਗੀ ਹੈ ਸਿਮਰ, ਤੇ ਆਪਾਂ ਨਿਕਲੀਏ। ਮੈਂ ਵੀ ਲੁਧਿਆਣੇ ਸੀ, ਮਨਦੀਪ ਵੀ ਆਪਣੇ ਆਪਣੇ ਕੰਮਾਂ ਤੇ ਸੀ। ਅਸੀਂ ਦੋਨੇ ਇਕੱਠੇ ਹੋਏ, ਨਾਲ ਦੀ ਨਾਲ ਅਸੀਂ ਦਿੱਲੀ ਨੂੰ ਨਿਕਲ ਗਏ। ਇਹ ਮੇਰੀ ਗੱਲ ਹੁੰਦੀ ਰਹੀ ਹੈ ਫੋਨ ਤੇ ਮੈਨੂੰ ਉਹ ਨਹੀਂ ਨਿਕਲ ਰਿਹਾ, ਇਹ ਚੱਲਦਾ ਰਿਹਾ ਹਮੇਸ਼ਾ ਕਿ ਹਜੇ ਨਹੀਂ। ਆਈ ਥਿੰਕ 30 ਤੋਂ 35 ਗੱਲ ਕਿਹਦੇ ਨਾਲ ਹੁੰਦੀ ਰਹੀ ਤੁਹਾਡੀ? ਰੀਨਾ ਨਾਲ ਵੀ ਹੁੰਦੀ ਰਹੀ। ਉੱਥੇ ਇੱਕ ਬੰਦਾ ਹੋਰ ਸੀ ਜਿਹੜਾ ਮੈਨੂੰ ਤੁਸੀਂ ਰੀਨਾ ਦੇ ਫੋਨ ਤੇ ਫੋਨ ਕਰਦੇ ਰਹੇ? ਉਹ ਮੈਨੂੰ ਕਰਦੀ ਸੀ ਕਾਲ, ਰੀਨਾ ਤੁਹਾਨੂੰ ਫੋਨ ਕਰਦੀ ਸੀ, ਜਲਦੀ ਆ ਜਾਓ। ਹੁਣ ਅਸੀਂ ਤਾਂ ਪੰਜਾਬ ਲੁਧਿਆਣੇ ਸੀ। ਜਿਸ ਵੇਲੇ ਰੀਨਾ ਤੁਹਾਨੂੰ ਫੋਨ ਕਰ ਰਹੀ ਸੀ ਉਹ ਹਸਪੀਟਲ ਪਹੁੰਚ ਗਏ ਸੀ ਜਾਂ ਉੱਥੇ ਸਪੌਟ ਜਿੱਥੇ ਐਕਸੀਡੈਂਟ ਹੁੰਦਾ ਉਹ ਜਗ੍ਹਾ ਸੀ? ਸਪੌਟ ਤੇ ਸੀਗੇ, ਕਿਉਂਕਿ ਬਾਈ ਨਿਕਲ ਨਹੀਂ ਪਾ ਰਿਹਾ ਸੀ ਵਿੱਚੋਂ। ਉਹ ਮੈਨੂੰ ਕਹਿ ਰਹੀ ਸੀ ਕਿ ਨਿਕਲ ਨਹੀਂ ਰਿਹਾ। ਉਹ ਇਹ ਚੀਜ਼ ਇਹੀ ਚੱਲ ਰਿਹਾ ਸੀਗਾ। ਬਟ ਜਦੋਂ ਨਿਕਲਿਆ ਮੈਨੂੰ ਉੱਥੋਂ ਇੱਕ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਸੀ, ਉਹ ਬੰਦੇ ਨੇ ਮੈਨੂੰ ਕਹਿਤਾ ਸੀ ਕਿ ਐਕਸਪਾਇਰ ਹੋ ਚੁੱਕੇ ਆ ਤੇ ਤੁਸੀਂ ਹਸਪੀਟਲ ਪਹੁੰਚ ਜਾਓ। ਉਹ ਬੰਦੇ ਨੇ ਹੀ ਮੈਨੂੰ ਕਲੀਅਰ ਕਰਤਾ ਸੀ ਉੱਥੇ। ਆਈ ਥਿੰਕ ਉਹ ਐਂਬੂਲੈਂਸ ਵਾਲਾ ਸੀ। ਆਈ ਥਿੰਕ ਉਹ ਐਂਬੂਲੈਂਸ ਦਾ ਰੀਨਾ ਉਸ ਵੇਲੇ ਉੱਥੇ ਹੀ ਸੀ ਜਦੋਂ ਤੁਹਾਨੂੰ ਉਸ ਬੰਦੇ ਨੇ ਇਹ ਗੱਲ ਬੋਲੀ? ਹਾਂ, ਉੱਥੇ ਸੀ, ਰੀਨਾ ਉੱਥੇ ਹੀ ਸੀਗੀ। ਤਾਂ ਤੁਸੀਂ ਬਾਅਦ ਚ ਪਰਿਵਾਰਕ ਕਿਸੇ ਮੈਂਬਰ ਨੂੰ, ਰੀਨਾ ਨੇ ਇਹ ਗੱਲ ਕਹੀ ਕਿ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਜਾਂ ਕਿਸੇ ਉਹਨਾਂ ਦੇ ਸਖੀ ਸੰਬੰਧੀ ਨੂੰ ਤੁਹਾਡੇ ਵੱਲੋਂ ਜਾਂ ਮਨਦੀਪ ਵੱਲੋਂ ਕਿਹਾ ਗਿਆ ਕਿ ਭੋਗ ਤੇ ਜਾਂ ਕਰਮੇਸ਼ਨ ਤੇ ਨਹੀਂ ਆਉਣਾ? ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੋਈ। ਅਸੀਂ ਕਿਉਂ ਰੋਕਾਂਗੇ? ਅਸੀਂ ਤਾਂ ਕਿਸੇ ਨੂੰ ਵੀ, ਉੱਥੇ ਲੱਖਾਂ ਦਾ ਇਕੱਠ ਸੀਗਾ ਜੀ। ਅਸੀਂ ਕਿਸੇ ਨੂੰ ਥੋੜ੍ਹੋ ਕਿਹਾ ਸੀ ਆਓ ਜਾਂ ਨਾ ਆਓ। ਅਸੀਂ ਕਿਉਂ ਕਵਾਂਗੇ ਕਿਸੇ ਨੂੰ? ਪਹਿਲੀ ਗੱਲ ਤਾਂ। ਐਂਡ ਸੈਕੰਡ ਥਿੰਗ, ਮੈਨੂੰ ਸੰਸਕਾਰ ਤੋਂ ਨੈਕਸਟ ਡੇ ਫੋਨ ਆਉਂਦਾ ਕਿ ਮੈਂ ਟਿਕਟ ਕਰਵਾ ਲਈ ਹੈ। ਮੇਰੀ ਟਿਕਟ ਹੈ 4 ਵਜੇ ਦੀ ਫਲਾਈਟ ਹੈ ਮੇਰੀ। ਸੰਸਕਾਰ ਤੋਂ ਅਗਲੇ ਦਿਨ ਹਾਂਜੀ। ਸ਼ਾਮ ਨੂੰ ਫੋਨ ਆਉਂਦਾ, ਇੱਕ ਇੰਡੀਆ ਦਾ ਨੰਬਰ ਹੀ ਆ, ਉਹ ਤੋਂ ਕਾਲ ਆਉਂਦਾ ਤੇ ਮੈਂ ਉਹਨੂੰ ਕਿਹਾ ਤੁਸੀਂ ਕਿੱਥੇ ਹੋ, 에ਅਰਪੋਰਟ ਹੋ? ਕਹਿੰਦੀ ਨਹੀਂ ਮੈਂ ਹੋਟਲ 'ਚ ਹਾਂ ਬਸ। ਤੇ ਕਹਿੰਦੀ ਮੇਰੇ ਬਾਰੇ ਲੋਕ ਕੀ ਗੱਲਾਂ ਕਰ ਰਹੇ। ਮੈਂ ਉਹਦਾ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਮੇਰਾ ਆਪਦਾ ਹੀ ਸਾਡੇ ਤਾਂ ਛਾਤੀ ਉੱਠ ਗਈ ਸੀ ਸਿਰ ਤੋਂ। ਬਾਈ ਗਿਆ ਮਤਲਬ ਕਿ ਖਤਮ ਹੋ ਗਿਆ ਸਾਰਾ ਕੁਝ ਸਾਡੇ ਲਈ। ਤਾਂ ਜੋ ਕੁਝ ਵੀ ਸੀ ਬਾਈ ਸੀ, ਹਨਾ। ਉਹ ਸਾਡੀ ਬੈਗ ਸੀਗਾ ਜੋ ਦੀਪ ਸਿੱਧੂ ਦਾ, ਉਹਦੇ ਸਮਾਨ ਅਕਸਰ ਉਹ ਰੱਖਦਾ ਸੀਗਾ, ਉਹ ਸਾਰੇ ਜਾਣਦੇ ਆ। ਹਾਂਜੀ, ਉਹ ਬੈਗ ਮਿਲਿਆ ਤੁਹਾਨੂੰ? ਉਹ ਬੈਗ ਮਿਲਿਆ, ਬਟ ਉਹਦੇ ਚੋਂ ਕਾਫੀ ਚੀਜ਼ਾਂ, ਉਹ ਖਾਲੀ ਸੀ ਬੈਗ। ਇਹ ਸੋਚ ਸਕਦੇ ਉਹ ਖਾਲੀ ਸੀ, ਉਹਦੇ ਵਿੱਚ ਕੁਝ ਨਹੀਂ ਸੀ। ਉਹਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਬਾਈ ਦੀਆਂ, ਉਹ ਖਾਲੀ ਸੀ ਇੱਕ ਤਰੀਕੇ ਨਾਲ। ਕੀ ਲੱਗਦਾ ਸਮਾਨ ਜਿਹੜਾ ਸੀਗਾ, ਫੋਨਸ ਜਿਵੇਂ ਖੋਸਾ ਸਾਹਿਬ ਕਹਿ ਰਹੇ ਹੈ, ਹੋਰ ਸਮਾਨ ਹੋਣਾ, ਉਹ ਚੋਰੀ ਹੋ ਗਿਆ ਜਾਂ ਕੋਈ ਲੈ ਗਿਆ ਜਾਂ ਪੁਲਿਸ ਕੋਲੇ ਹੈ? ਕੀ ਲੱਗਦਾ ਤੁਹਾਨੂੰ? ਇਹ ਤਾਂ ਜੀ ਦੇਖੋ, ਜਿਹੜਾ ਬਾਈ ਦਾ ਕੇਸ ਹੈ, FIR ਰਜਿਸਟਰ ਹੋਈ ਹੈ PS ਕਰਖੋਦਾ 'ਚ, ਉਹ ਅੰਡਰ ਇਨਵੈਸਟੀਗੇਟ ਮੈਟਰ ਹੈ ਜੀ। ਤਾਂ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਤਾਂ ਅਸੀਂ ਵੀ ਮਤਲਬ ਹਾਲ ਦੀ ਘੜੀ ਜਿਹੜਾ ਹੈਗਾ ਮਤਲਬ ਉਹ ਇਨਵੈਸਟੀਗੇਸ਼ਨ ਤੇ ਕੁਝ ਦੇਖ ਰਹੇ ਹਾਂ। ਤੇ ਅਸੀਂ ਵੀ ਕੋਈ ਇਹ ਨਹੀਂਗਾ ਵੀ ਅਸੀਂ ਪ੍ਰੋਪਰਲੀ ਆਪਦੇ ਤੌਰ ਤੇ ਵੀ ਪੜਤਾਲ ਜਾਂ ਜਿਹੜੀ ਕੋਈ ਤਫਤੀਸ਼ ਵਾਸਤੇ ਅਸੀਂ ਮੂਵ ਕਰਾਂਗੇ ਵੀ ਜੇ ਕੋਈ ਸਾਨੂੰ ਕਿਸੇ ਕਾਰਨਰ ਤੋਂ ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਉਹਨੂੰ ਜਸਟਿਸ ਅਸੀਂ ਦਿਵਾ ਸਕੀਏ। ਜੇ ਕੋਈ ਉਹਦੇ ਵਿੱਚ ਕੋਈ ਵੀ, ਤੁਹਾਨੂੰ ਕੀ ਲੱਗਦਾ ਹੈ ਐਕਸੀਡੈਂਟ ਹੈ ਜਾਂ ਇਹਦੇ ਪਿੱਛੇ ਕੁਝ ਹੋ ਸਕਦਾ? ਦੇਖੋ ਮਕਸਦ ਸਾਹਿਬ, ਹਾਲ ਦੀ ਘੜੀ ਇਹ ਕਹਿਣਾ ਕੁਝ ਵੀ ਨਹੀਂ ਹੈ ਹਾਲ ਦੀ ਘੜੀ, ਕਿਉਂਕਿ ਮੈਟਰ ਇਨਵੈਸਟੀਗੇਟ ਹੈ। ਜਿਹੜਾ ਐਕਸੀਡੈਂਟ ਦਾ ਟਾਈਮਿੰਗ ਹੈ, ਇਹ ਚੀਜ਼ਾਂ ਤਾਂ ਆ ਚੁੱਕੀਆਂ ਵੀ ਉਹ ਜਿਹੜਾ ਹੈਗਾ 7:38 ਤੇ 7:50 ਦੇ ਵਿਚਾਲੇ ਹੋਇਆ। ਉਹ ਚੀਜ਼ਾਂ ਆ ਚੁੱਕੀਆਂ ਕਿਉਂਕਿ ਉਹ ਤਾਂ ਟਾਈਮਿੰਗ ਜਿਹੜੀਆਂ ਹੈਗੀਆਂ ਟੋਲ ਪਲਾਜ਼ਾ ਤੋਂ ਤੇ ਹੋਰ ਜਿਹੜੀਆਂ ਹੈਗੀਆਂ। ਇੱਕ ਇਹ ਵੀ ਸ਼ੁਰੂ 'ਚ ਆਇਆ ਕਿ ਰੀਨਾ ਟੋਲ ਪਲਾਜ਼ਾ ਦੀ ਫੋਟੋ ਆਈ, ਲੋਕਾਂ ਨੇ ਪਾਇਆ, ਨਾਲ ਨਹੀਂ ਹੈ, ਬਾਅਦ 'ਚ ਕਿਵੇਂ ਆ ਗਈ? ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਹੋਈਆਂ। ਦੇਖੋ, ਲੋਕ ਤਾਂ ਬਹੁਤ ਕੁਝ ਕਹਿੰਦੇ ਨੇ। ਸਾਡੀ ਫੈਮਿਲੀ ਵੱਲੋਂ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਕਹੀ ਗਈ ਨਾ ਅਸੀਂ ਇਹ ਗੱਲ ਕਹੀ ਹੈ, ਨਾ ਹੀ ਸਾਡੀ ਫੈਮਿਲੀ ਜਾਂ ਕੋਈ ਮਨਦੀਪ ਵੱਲੋਂ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਵੱਲੋਂ ਕੋਈ ਕਿਸੇ ਤੇ ਮਨਘੜਤ ਆਰੋਪ ਨਹੀਂ ਲਗਾਇਆ ਗਿਆ। ਮਤਲਬ ਅਸੀਂ ਕਿਸੇ ਤੇ ਕੋਈ ਦੋਸ਼ ਨਹੀਂ ਲਗਾਇਆ। ਹਾਲ ਦੀ ਜਿਹੜਾ ਅਸੀਂ ਤਾਂ ਇੱਕ ਵਾਰੀ ਇਨਵੈਸਟੀਗੇਟਿੰਗ ਏਜੰਸੀ ਹੈ ਜਿਹੜੀ, ਉਸ ਤੇ ਡਿਪੈਂਡ ਹੈ ਵੀ ਉਹ ਕੀ ਟਰੁੱਥ ਲੈ ਕੇ ਆਉਂਦੇ ਨੇ ਮੂਹਰੇ।
ਤਾਂ ਫਿਰ ਜੇ ਕੋਈ ਸਾਨੂੰ ਉਹ ਇਨਵੈਸਟੀਗੇਸ਼ਨ 'ਚ ਕੋਈ ਖਾਮੀ ਲੱਗਦੀ ਹੈ ਤਾਂ ਅਸੀਂ ਉਸ ਤੋਂ ਬਾਅਦ ਮੂਵ ਕਰਾਂਗੇ। ਉਹਦੇ ਪ੍ਰੋਸੀਜਰ ਨੇ ਤਾਂ ਪ੍ਰੋਸੀਜਰ ਅਸੀਂ ਅਡਾਪਟ ਕਰਾਂਗੇ, ਉਸ ਨੂੰ ਅਡਾਪਟ ਕਰਕੇ ਫਿਰ ਜੋ ਵੀ ਸਾਡੇ ਤੋਂ ਹੋਇਆ ਅਸੀਂ ਪ੍ਰੋਸੀਡਿੰਗ ਪਰ ਤੁਹਾਨੂੰ ਸਿਮਰ, ਤੁਹਾਨੂੰ ਜੋ ਰੀਨਾ ਨੇ ਦੱਸਿਆ ਤੁਸੀਂ ਉਹਨੂੰ ਬਿਲੀਵ ਕਰਦੇ ਹੋ, ਯਕੀਨ ਕਰਦੇ ਹੋ ਕਿ ਜਿਵੇਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਉਹਨੇ ਸਾਰੀ ਗੱਲ ਦੱਸੀ ਕਿ ਕੀ ਹੋਇਆ, ਕਿਵੇਂ ਹਸਪੀਟਲ ਤੱਕ ਉਹ ਪਹੁੰਚਦੇ, ਤੁਸੀਂ ਉਹਨੂੰ ਬਿਲੀਵ ਕਰਦੇ ਹੋ? ਬਲੀਵ ਦੀ ਗੱਲ ਇਹ ਹੋ ਜਾਂਦੀ ਹੈ ਕਿ ਜਿਵੇਂ ਉਹ ਕਹਿ ਰਹੀ ਹੈ ਵੀਡੀਓ ਦੇ ਵਿੱਚ, ਸੁਣੋ ਤੁਸੀਂ, ਉਹਨੇ ਕਾਫੀ ਟਾਈਮ ਕਹਿੰਦੀ ਮੈਂ ਨੀਚੇ ਗਿਰ ਗਈ, ਮੈਂ ਕਿੰਨਾ ਚਿਰ ਮੈਂ ਉਹ ਸਟਰਗਲ ਕਰਦੀ ਰਹੀ। ਇੰਨਾ ਤਾਂ ਟਾਈਮ ਨਹੀਂ ਸੀ ਕਿਉਂਕਿ ਉਹ ਇੱਕ ਇੰਟਰਵਿਊ ਤੋਂ ਬਾਅਦ ਵੀ ਆਈ ਹੈ ਕਿਸੇ ਮੁੰਡੇ ਦੀ, ਉਹ ਕਹਿੰਦੇ ਸਾਡੇ ਸਾਹਮਣੇ ਐਕਸੀਡੈਂਟ ਹੋਇਆ, ਅਸੀਂ ਨਾਲ ਦੀ ਨਾਲ ਕਾਰ 'ਚ ਪਹੁੰਚ ਗਏ। ਉਹਨੇ ਜੋ ਸਟਰਗਲ ਦੱਸੀ ਹੈ 5-7-10 ਮਿੰਟ ਦੀ ਸਟਰਗਲ ਦੱਸੀ ਹੈ ਕਾਰ ਦੇ ਵਿੱਚ, ਇੰਨੀ ਤਾਂ ਆਈ ਥਿੰਕ ਹੋਈ ਨਹੀਂ ਹੋਣੀ ਸਟਰਗਲ ਜਿੰਨੀ ਉਹ ਕਹਿ ਰਹੀ ਹੈ ਕਾਰ ਦੇ ਵਿੱਚ। ਉਹ ਕਹਿ ਰਹੀ ਮੈਂ ਸੀਟ ਸਿੱਟ ਕੇ ਪਈ ਸੀ, ਅਸੀਂ ਮੰਨ ਗਏ ਸੀਟ ਸਿੱਟ ਕੇ ਪਈ ਹੋਊਗੀ, ਹਨਾ, ਬਟ ਪਤਾ ਨਹੀਂ ਹੁਣ ਕੀ ਕਹਿ ਸਕਦੇ, ਹੁਣ ਸਾਨੂੰ ਤਾਂ ਇਸ ਤੋਂ ਬਾਹਰ ਹੈ, ਸਮਝ ਤੋਂ ਬਾਹਰ ਹੈ। ਦੇਖੋ ਜਿਹੜਾ ਐਕਸੀਡੈਂਟ ਆ ਪਾਰਟ ਆਫ ਸੈਕਿੰਡਸ ਹੋ ਗਿਆ, ਉਹਦੇ 'ਚ ਕਈ ਗੱਲਾਂ ਜਿਹੜੀਆਂ ਹੈਗੀਆਂ ਇੰਪ੍ਰੋਬੇਬਲ ਗੱਲਾਂ ਨੇ। ਇੱਕ ਤਾਂ ਐਕਸੀਡੈਂਟ ਦੇ ਟਾਈਮ ਮਤਲਬ ਆਪਦੀ ਇੰਟਰਵਿਊ 'ਚ ਕਹਿ ਰਹੀ ਹੈ ਵੀ ਮੈਂ ਬਾਈ ਦਾ ਮੂੰਹ ਨੂੰ ਐਂ ਕਰਕੇ ਦੇਖਿਆ, ਸਾਈਡ ਨੂੰ ਕਰਕੇ ਦੇਖਿਆ। ਦੇਖੋ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਫੋਨ ਤੇ ਇਹ ਗੱਲ ਕਹੀ ਕਿ ਜਿਹੜਾ ਉਹ ਬਿਲਕੁਲ ਨਿਕਲ ਨਹੀਂ ਰਿਹਾ, ਬਿਲਕੁਲ ਜੀ। ਉਹ ਤੁਸੀਂ ਗੱਡੀ ਨੂੰ ਇੰਸਪੈਕਟ ਕਰੋਗੇ ਨਾ, ਗੱਡੀ ਨੂੰ ਜਦੋਂ ਤੁਸੀਂ ਇੰਸਪੈਕਟ ਕਰੋਗੇ ਨਾ, ਉਹਦੇ 'ਚ ਕੀ ਹੈ ਕਿ ਉਹਦਾ ਜਿਹੜਾ ਸਟੀਅਰਿੰਗ ਹੈ ਉਹ ਬਿਲਕੁਲ ਐ ਸੀਟ 'ਚ ਧਸਿਆ ਹੋਇਆ, ਐ ਬਿਲਕੁਲ ਐ ਫੋਲਡ ਹੋ ਕੇ, ਔਰ ਜਿਹੜਾ ਉਹਦੀ ਰੂਫ ਹੈ ਗੱਡੀ ਦੀ ਉਹ ਬਿਲਕੁਲ ਆਪਣਾ ਹੈਡ ਰੈਸਟ ਦੇ ਤੇ ਐ ਬਿਲਕੁਲ ਐ ਨਾਲ ਉਹ ਪ੍ਰੈਸ ਹੋਈ ਹੈ। ਜਿਸ ਦੀ ਬਾਈ ਦੇ ਸਿਰ ਤੇ ਜਾਂ ਮੂੰਹ ਤੇ ਚੋਟ ਲੱਗੀ ਹੈ ਜੋ ਸਾਈਡ ਤੇ, ਉਹ ਪੂਰੀ ਪ੍ਰੈਸ ਹੋਈ ਹੈ ਤੇ ਬਾਈ ਉੱਥੇ ਸਟਰਕ ਹੋਏ ਵੇ। ਜਿਹੜੇ ਉੱਥੋਂ ਦੇ ਸੀਗੇ ਉਹਨਾਂ ਨੇ ਵੀ ਇਹੀ ਦੱਸਿਆ ਵੀ ਉਹ ਉੱਥੋਂ ਮਤਲਬ ਉਹਨੂੰ ਜਿਹੜਾ ਹੈਗਾ ਕੱਢਣ ਵੇਲੇ ਮਤਲਬ ਪੂਰਾ ਮਤਲਬ ਫੋਰਸ ਲੱਗਿਆ। ਤਾਂ ਇਸ ਕਰਕੇ ਜਿਹੜਾ ਮਤਲਬ ਇਹ ਕਹਿਣਾ ਵੀ ਉਹਨੂੰ ਉਹ ਆਰਾਮ ਨਾਲ ਜੇ ਉਹਦਾ ਮੂੰਹ ਇਸ ਤਰ੍ਹਾਂ ਕਰਕੇ ਫਿਰ ਤੋਂ ਨਿਕਲਿਆ ਵੀ ਸੀ, ਫਿਰ ਤੋਂ ਉੱਥੇ ਇੰਨਾ ਟਾਈਮ ਲੱਗਣਾ ਹੀ ਨਹੀਂ ਸੀਗਾ ਜੋ ਅੱਧਾ ਪੌਣਾ ਘੰਟਾ ਲੱਗਿਆ ਉਹਨੂੰ। ਤੁਹਾਨੂੰ ਕੀ ਲੱਗਦਾ ਹੈ ਹਸਪੀਟਲ 'ਚ ਜਦੋਂ ਰੀਨਾ ਸੀ ਉਹਨੂੰ ਉਸ ਵੇਲੇ ਪਤਾ ਨਹੀਂ ਸੀ ਕਿ ਦੀਪ ਦੀ ਮੌਤ ਹੋ ਚੁੱਕੀ ਹੈ? ਦੇਖੋ ਉਹਨੇ ਆਪ ਹੀ ਕਿਹਾ ਮੈਂ ਫੇਸਬੁੱਕ ਚਲਾਈ ਹੈ, ਮੈਂ ਉਹਦੇ ਤੇ ਦੇਖਿਆ, ਉਹਦੇ ਵਿੱਚ ਫਿਰ ਮੈਂ ਆਪਦੇ ਘਰਦਿਆਂ ਨੂੰ ਕਾਲ ਕੀਤੀ ਹੈ। ਪਤਾ ਤਾਂ ਉਹਨੂੰ ਸੀਗਾ ਹੀ, ਉਹਨੇ ਫੇਸਬੁੱਕ ਔਨ ਕੀਤੀ, ਕਹਿੰਦੀ ਮੈਂ ਫੇਸਬੁੱਕ ਔਨ ਕੀਤੀ ਹੈ, ਉਹਦੇ ਉੱਤੇ ਸਭ ਕੁਝ ਲਿਖਿਆ ਹੋਇਆ ਸੀ। ਕਹਿੰਦੀ ਫਿਰ ਮੈਂ ਆਪਦੇ ਘਰੇ ਕਾਲ ਕੀਤੀ, ਫੇਸ ਟਾਈਮ ਕੀਤਾ, ਉਹਨਾਂ ਨੇ ਕਿਹਾ ਨਹੀਂ ਇਹ ਨਿਊਜ਼ ਗਲਤ ਦਿਖਾ ਰਹੇ ਆ, ਸਹੀ ਨਹੀਂ। ਉਹ ਤਾਂ ਪਤਾ ਹੀ ਸੀ। ਉਹਨੇ ਜਦੋਂ ਤੁਸੀਂ ਹਸਪੀਟਲ 'ਚ ਮਿਲੇ ਨਹੀਂ? ਅਸੀਂ ਨਹੀਂ ਮਿਲੇ, ਅਸੀਂ ਤਾਂ ਆਪਦੇ ਭਰਾ ਨੂੰ ਦੇਖਣਾ ਸੀ ਜੀ। ਅਸੀਂ ਉਹ ਪੁਲਿਸ ਸਾਨੂੰ ਲਈ ਫਿਰਦੀ ਸੀ। ਐਕਚੁਅਲੀ ਮੱਕੜ ਸਾਹਿਬ ਉੱਥੇ ਉਸ ਟਾਈਮ ਪੈਨਿਕ ਹੀ ਇੰਨਾ ਸੀ, ਉਸ ਟਾਈਮ ਕੁਝ ਸੁੱਝ ਨਹੀਂ ਰਿਹਾ, ਕਿਉਂਕਿ ਜ਼ਿਹਨ 'ਚ ਆਉਂਦਾ ਬੰਦਾ ਜਾ ਕੇ ਸਵਾਲ ਕਰਦਾ ਹੈ। ਜਦੋਂ ਤੁਹਾਨੂੰ ਪਤਾ ਲੱਗਿਆ ਕਿ ਦੀਪ ਨਹੀਂ ਰਿਹਾ, ਤੁਸੀਂ ਰੀਨਾ ਨੂੰ ਜਾ ਕੇ ਪੁੱਛਿਆ ਨਹੀਂ ਉਦੋਂ ਕਿ ਕੀ ਹੋਇਆ, ਕੀ ਕਹਾਣੀ? ਨਹੀਂ, ਉਹ ਦੂਸਰੇ ਜਿਹੜੇ ਨਾਲ ਸੀਗੇ ਸਾਡੇ ਉਹਨਾਂ ਨੇ ਗਏ ਨੇ, ਉਹ ਪਰਸਨਲੀ ਅਸੀਂ ਨਹੀਂ ਗਏ, ਜਿਹੜੇ ਦੂਸਰੇ ਸੀ ਉਹ ਜਾ ਗਏ ਨੇ, ਜਿਹੜੇ ਸਾਡੇ ਨਾਲ ਗਏ ਸੀ। ਮੇਰੇ ਨਾਲ ਬਾਈ ਮੋਖਾ ਸੀ, ਅਸੀਂ ਇੱਥੋਂ ਜਦੋਂ ਬਾਈ ਮਨਦੀਪ ਦਾ ਫੋਨ ਆਇਆ ਮੈਨੂੰ, ਇਹ ਇੱਧਰੋਂ ਚੱਲ ਪਏ, ਮੈਂ ਉੱਧਰੋਂ ਚੱਲ ਪਿਆ, ਤੇ ਉਹ ਰਾਸਤੇ ਜਦੋਂ ਅਸੀਂ ਉੱਥੇ ਪਹੁੰਚੇ ਹਾਂ ਤਾਂ ਉੱਥੇ ਕਾਫੀ ਮਤਲਬ ਘੱਟੋ ਘੱਟ 25-30 ਜਿਹੜੇ ਸੀਗੇ ਬਾਈ ਦੇ ਚਾਹੁਣ ਵਾਲੇ ਜਾਂ ਹੋਰ ਉੱਥੇ ਪਹੁੰਚ ਚੁੱਕੇ ਸੀਗੇ ਸਾਡੇ ਜਾਣ ਤੋਂ ਪਹਿਲਾਂ। ਤਾਂ ਉਹ ਸਾਰੇ ਉਹਨਾਂ ਨੇ ਵੀ ਸਾਨੂੰ ਦੱਸਿਆ। ਈਵਨ ਉੱਥੇ ਸੋਨੂ ਜਿਹਦੀ ਗੱਲ ਕਰ ਰਹੇ ਆ, ਸੋਨੂ ਪ੍ਰੈਜੈਂਟ ਸੀ। ਸੋਨੂ ਨੇ ਖੁਦ ਉਹ ਤੋਂ ਰੀਨਾ ਨੂੰ ਮਿਲਿਆ ਜਾ ਕੇ, ਔਰ ਸੋਨੂ ਜਿਹਦੇ ਵਾਰ-ਵਾਰ ਇੰਟਰਵਿਊ 'ਚ ਵੀ ਜ਼ਿਕਰ ਕਰ ਰਹੀ ਹੈ ਸੋਨੂ ਦੀ, ਤਾਂ ਉਹ ਮਿਲਿਆ ਜਾ ਕੇ। ਉਹਨੇ ਸੋਨੂ ਨੇ ਸਾਨੂੰ ਦੱਸਿਆ ਵੀ ਮੈਂ ਉਹ ਰੀਨਾ ਨੂੰ ਮਿਲਿਆ ਤੇ ਮੈਂ ਉਹਨੂੰ ਆਹ ਕੁਛ ਪੁੱਛਿਆ ਤੇ ਉਹਨੇ ਸਾਨੂੰ ਆਹ ਜਵਾਬ ਦਿੱਤਾ ਵੀ ਇਸ ਤਰ੍ਹਾਂ ਕਰਕੇ ਵੀ ਇਸ ਜਗ੍ਹਾ ਤੇ ਐਕਸੀਡੈਂਟ ਹੋਇਆ। ਮੈਨੂੰ ਤਾਂ ਉਹਨੇ ਸਪੌਟ ਤੇ ਹੀ ਕਹਿਤਾ ਸੀ ਨਾ, ਮੈਂ ਉਹਨੂੰ ਸਪੌਟ ਤੇ ਹੀ ਪੁੱਛਿਆ ਸੀਗਾ ਕਿ ਕੀ ਹੋਇਆ ਰੀਨਾ। ਉਹ ਕਹਿੰਦੀ ਮੈਂ ਸੁੱਤੀ ਪਈ ਸੀ, ਬਸ ਮੈਂ ਉਹ ਸ਼ਿਟ ਦੀ ਆਵਾਜ਼ ਸੁਣੀ, ਦੈਟਸ ਇਟ। ਮੈਨੂੰ ਉਹਨੇ ਉੱਥੇ ਕਲੀਅਰ ਕਰਤਾ ਸੀ ਫੋਨ ਤੇ ਜਦੋਂ ਅਸੀਂ ਲੁਧਿਆਣੇ ਤੋਂ ਤੁਰੇ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕੀ ਹੋਇਆ ਰੀਨਾ? ਕਹਿੰਦੀ ਮੈਂ ਸੁੱਤੀ ਪਈ ਸੀ, ਬਸ। ਫਿਰ ਮੈਂ ਉਹਨੂੰ ਕੀ ਪੁੱਛਣਾ ਸੀ? ਜਦੋਂ ਤੁਸੀਂ ਤੁਰੇ ਹੋ, ਤੁਹਾਡੀ ਗੱਲ ਹੋ ਰਹੀ ਸੀ, ਉਦੋਂ ਤੁਸੀਂ ਦੱਸਿਆ ਨਹੀਂ ਸੀ ਕਿ ਦੀਪ ਨਹੀਂ ਰਿਹਾ? ਤੁਸੀਂ ਰੀਨਾ ਨੂੰ ਨਹੀਂ ਦੱਸਿਆ? ਨਹੀਂ, ਮੈਂ ਨਹੀਂ ਦੱਸਿਆ ਰੀਨਾ ਨੂੰ। ਜਾਂ ਮਨਦੀਪ ਨੇ ਨਹੀਂ ਦੱਸਿਆ? ਨਹੀਂ, ਸਾਡੇ ਤੋਂ ਕਿਉਂਕਿ ਸਾਨੂੰ ਫੋਨ ਹੀ ਬਹੁਤ ਆ ਰਹੇ ਸੀ, ਅਸੀਂ ਤਾਂ ਇਹ ਸੀ ਕਿ ਫਟਾਫਟ ਪਹੁੰਚੀਏ। ਉੱਥੇ ਸ਼ਾਇਦ ਸਿਮਰ ਨੂੰ ਨਾ ਪਤਾ ਹੋਵੇ, ਉੱਥੇ ਅਸੀਂ ਅਰੇਂਜ ਕਰਾ ਕੇ ਦਿੱਤਾ ਰੀਨਾ ਨੂੰ। ਹਾਂ, ਅਸੀਂ ਰੀਨਾ ਨੂੰ ਅਰੇਂਜ ਕਰਾ ਕੇ ਦਿੱਤਾ, ਰੀਨਾ ਨੂੰ ਦਿੱਲੀ ਲੈ ਕੇ ਗਏ ਆ। ਉਹ ਗੱਡੀ ਬਾਈ ਦੇ ਦੋਸਤ ਦੀ ਸੀ, BMW ਗੱਡੀ ਸੀਗੀ ਬਾਈ ਦੀ, ਮੈਂ ਨੰਬਰ ਮੈਨੂੰ ਕਲੈਕਟ ਨਹੀਂ ਹੋ ਰਿਹਾ। ਬਾਈ ਅਭਿਸ਼ੇਕ ਦੀ ਗੱਡੀ ਸੀ, ਬਾਈ ਦੀ ਅਭਿਸ਼ੇਕ ਦੀ ਗੱਡੀ 'ਚ ਅਸੀਂ ਰੀਨਾ ਨੂੰ ਖੁਦ ਅਸੀਂ ਉੱਥੇ ਲੈ ਕੇ ਗਏ। ਉੱਥੇ ਬਾਈ ਅਭਿਸ਼ੇਕ ਦੀ ਮਤਲਬ ਸੁਪਰਵਾਈਜ਼ਰ ਅਸੀਂ ਭੇਜਿਆ ਵੀ ਇਹਨੂੰ ਚੈੱਕਅਪ ਵਗੈਰਾ ਕਰਵਾਓ। ਪਾਸਪੋਰਟ ਵਾਲਾ ਵੀ ਇੱਕ ਇਸ਼ੂ ਮੈਂ ਸੁਣਿਆ ਕਿ ਪਾਸਪੋਰਟ ਕਿਹਦੇ ਕੋਲ ਸੀਗਾ? ਮਨਦੀਪ ਨੇ ਦਿੱਤਾ ਪਾਸਪੋਰਟ ਜਾਂ ਉਹ ਰੱਖਿਆ ਪਾਸਪੋਰਟ? ਨਹੀਂ, ਪਾਸਪੋਰਟ ਪੁਲਿਸ ਨੇ ਮੈਨੂੰ ਫੜਾਇਆ ਸੀ, ਮੈਂ ਦਿੱਤਾ ਉਹਦੇ ਬ੍ਰਦਰ ਨੂੰ। ਜਿਹੜਾ ਉਹਦਾ ਪੰਜਾਬ ਚੋਂ ਬ੍ਰਦਰ ਆਇਆ ਸੀ ਨਾ ਇੱਕ, ਉਹਦੇ ਬ੍ਰਦਰ ਨੂੰ ਮੈਂ ਹੈਂਡ ਓਵਰ ਕੀਤਾ ਪਾਸਪੋਰਟ। ਕਿ ਮੈਂ ਪੁਲਿਸ ਦੇ ਸਾਹਮਣੇ ਕੀਤਾ,
ਉੱਥੇ ਇੰਸਪੈਕਟਰ ਸੀ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਦਿੱਤਾ, ਕਿਉਂਕਿ ਉਹਨਾਂ ਨੇ ਮੇਰਾ ਨਾਮ ਲਿਖਿਆ ਸੀ ਕਿ ਆ ਰੀਨਾ ਦਾ ਪਾਸਪੋਰਟ ਐਂਡ ਸਾਰਾ ਕੁਝ ਹੈ, ਤੇ ਮੈਂ ਉਹਨਾਂ ਦੇ ਸਾਹਮਣੇ ਮੈਂ ਕਿਹਾ ਜੀ ਆ ਮੈਂ ਉਹਦੇ ਬ੍ਰਦਰ ਨੂੰ ਦੇ ਰਿਹਾ। ਉਹ ਕਹਿੰਦੇ ਠੀਕ ਹੈ, ਮਤਲਬ ਕਿ ਮੈਂ ਦਿੱਤਾ ਪਾਸਪੋਰਟ ਹਸਪੀਟਲ ਦੇ ਵਿੱਚ ਦਿੱਤਾ, ਐਕਸੀਡੈਂਟ ਵਾਲੇ ਦਿਨ ਹੀ, ਕਿਉਂਕਿ ਮੈਂ ਸਮਾਨ ਚੱਕ ਕੇ ਲਿਆਇਆ ਜਾ ਕੇ, ਮੈਂ ਰੀਨਾ ਦਾ ਵੀ ਸਮਾਨ ਉਸੇ ਟਾਈਮ ਜਦੋਂ ਇਹ ਜਿਹੜੀ ਗੱਲ ਕਰ ਰਹੇ ਉਦੋਂ ਜਦੋਂ ਗੱਡੀ 'ਚ ਉਹਨੂੰ ਬਿਠਾ ਰਹੇ ਸੀ, ਜਦੋਂ ਉਹਨੂੰ ਜਿਹੜੀ ਗੱਡੀ ਤੁਸੀਂ ਕਹਿ ਰਹੇ ਹੋ BMW ਜਿਹੜੀ ਗੱਡੀ, ਉਸ ਟਾਈਮ ਪਾਸਪੋਰਟ ਅਸੀਂ ਉਹਨੂੰ ਹੈਂਡ ਓਵਰ। ਰੀਨਾ ਨੂੰ ਕਿਹਨੇ ਦਿੱਤਾ ਫਿਰ, ਜਾਂ ਉਹ ਤੁਸੀਂ ਬ੍ਰਦਰ ਨੂੰ ਦਿੱਤਾ? ਬ੍ਰਦਰ ਨੂੰ ਫੜਾਤਾ ਨਾ, ਬ੍ਰਦਰ ਨੇ ਦੇ ਦਿੱਤਾ ਪਾਸਪੋਰਟ। ਉਹਦਾ ਸਮਾਨ, ਔਰ ਤੁਸੀਂ ਕਹਿ ਰਹੇ ਹੋ ਕਿ ਅਗਲੇ ਦਿਨ ਤੁਸੀਂ ਫਿਰ ਗੱਲ ਕੀਤੀ ਤੇ ਉਹ ਫਲਾਈਟ ਲੈ ਕੇ ਵਾਪਸ ਉਹਨੇ ਚਲੀ। ਮੈਨੂੰ ਫੋਨ ਕੀਤਾ ਫਿਊਨਰਲ ਤੋਂ ਅਗਲੇ ਦਿਨ, ਸੰਸਕਾਰ ਤੋਂ ਅਗਲੇ ਦਿਨ ਮੈਨੂੰ ਸ਼ਾਮ ਨੂੰ ਕਾਲ ਆਇਆ ਉਹਦਾ। ਉਦੋਂ ਉਹਨੇ ਮੈਨੂੰ ਦੱਸਿਆ ਕਿ ਮੈਂ ਵਾਪਸ ਜਾ ਰਹੀ ਹਾਂ, ਮੇਰੀ ਸਵੇਰੇ ਮਾਰਨਿੰਗ 4 ਵਜੇ ਦੀ ਫਲਾਈਟ ਹੈ ਹਨਾ। ਤੇ ਮੈਂ ਕਿਹਾ ਤੂੰ ਹੁਣ ਕਿੱਥੇ ਆ? ਕਹਿੰਦੀ ਮੈਂ ਹੁਣ ਹੋਟਲ 'ਚ ਆ। ਮੈਨੂੰ ਐ ਲੱਗਿਆ ਕਿ ਫਲਾਈਟ ਹੁਣੀ ਹੈ, ਤੇ ਕਹਿੰਦੀ ਨਹੀਂ ਮੇਰੀ ਸਵੇਰ 4 ਵਜੇ ਦੀ ਫਲਾਈਟ ਹੈ ਤੇ ਮੈਂ ਹੋਟਲ ਦੇ ਵਿੱਚ, ਤੇ ਮੈਂ ਸਵੇਰੇ ਨਿਕਲ ਜੂੰਗੀ। ਮੈਂ ਕਿਹਾ ਠੀਕ ਹੈ। ਉਦੋਂ ਕੋਈ ਭੋਗ ਤੇ ਆਉਣ ਦੀ ਗੱਲ ਨਹੀਂ ਹੋਈ, ਜਾਂ ਨਾ ਤੁਸੀਂ ਕਿਹਾ ਨਾ ਉਹਨਾਂ ਨੇ? ਨਾ ਹੋਈ ਨਾ ਕਿਹਾ, ਕੁਝ ਵੀ ਨਹੀਂ ਕਿਹਾ, ਨਾ ਉਹਨੇ ਕਿਹਾ ਮੈਨੂੰ। ਉਹਨੇ ਮੈਨੂੰ ਜਸਟ ਕਿਹਾ ਮੈਂ 4 ਵਜੇ ਜਾ ਰਹੀ ਹਾਂ, ਮੇਰੀ ਫਲਾਈਟ ਹੈ, ਦੈਟਸ ਇਟ। ਹੋਰ ਕੋਈ ਗੱਲ ਨਹੀਂ ਹੋਈ ਉਹਦੇ ਨਾਲ ਮੇਰੀ। ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ ਵੀ ਲੱਗ ਰਹੇ ਆ ਪਰਿਵਾਰ ਦੇ ਉੱਤੇ। ਰੀਨਾ ਨੇ ਕੁਝ ਗੱਲਾਂ ਕੀਤੀਆਂ, ਹਾਲਾਂਕਿ ਤੁਹਾਨੂੰ ਮੇਰੇ ਖਿਆਲ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਫੋਨ ਕਾਲ ਦੇ ਉੱਤੇ ਇਹ ਵੀ ਪੁੱਛਿਆ ਕਿ ਸਿਮਰ ਕੌਣ ਹੈ, ਤਾਂ ਉਹਨਾਂ ਨੇ ਕਿਹਾ ਕਿ ਮੈਂ ਉਹੀ ਬ੍ਰਦਰ ਹੈ ਨਾ ਜਿਹੜਾ ਜਿਹਨੂੰ ਮੈਂ ਪਾਸਪੋਰਟ ਦਿੱਤਾ ਸੀ, ਉਹੀ ਬ੍ਰਦਰ ਦੀ ਕਾਲ ਸੀ। ਇੱਕ ਸੈਕਿੰਡ ਚੀਜ਼ ਇਹ ਵੀ ਹੋਈ ਹੈ, ਉਹਦੇ ਬ੍ਰਦਰ ਦੀ ਗੱਲ ਉਹ ਨਿਊਜ਼ ਵਾਲਿਆਂ ਨੇ ਪ੍ਰੋਪਰ ਸੁਣੀ ਹੈ, ਉਹਦਾ ਪੱਖ ਪੂਰਾ ਸੁਣਿਆ, ਕਿਉਂਕਿ ਰੀਨਾ ਨੇ ਤਾਂ ਆਪਦਾ ਪੱਖ ਦਿੱਤਾ ਉਹ ਨਿਊਜ਼ ਤੇ। ਦੈਨ ਉਹਦੇ ਬ੍ਰਦਰ ਨੇ ਕਾਲ ਕੀਤੀ, ਉਹਦਾ ਵੀ ਪੱਖ ਸੁਣਿਆ। ਉਹਦੇ ਵਿੱਚ ਉਹਦੇ ਬ੍ਰਦਰ ਨੂੰ ਮੈਂ ਪਾਸਪੋਰਟ ਦੇ ਰਿਹਾ, ਉਹਦੇ ਬ੍ਰਦਰ ਨੂੰ ਮੇਰਾ ਪਤਾ ਕਿ ਮੈਂ ਮਾਸੀ ਦਾ ਲੜਕਾ, ਮੈਂ ਭਰਾ ਆ। ਪਹਿਲਾਂ ਮਿਲੇ ਸੀ ਕਦੇ? ਹਾਂ, ਬਹੁਤ ਵਾਰੀ ਮਿਲੇ ਆ। ਉਹਦੇ ਬ੍ਰਦਰ ਨਾਲ ਪਹਿਲਾਂ ਮੁਲਾਕਾਤ ਹੋਈ? ਉਹਨਾਂ ਦੇ ਘਰੇ ਗਏ, ਉੱਥੇ ਗਏ ਹੋਏ ਆ ਅਸੀਂ, ਜਦੋਂ ਉਹ ਕਰਦੇ ਸੀਗੇ, ਜਦੋਂ ਬਾਈ ਜੇਲ੍ਹ ਚੋਂ ਆਇਆ, ਲੋਕ ਪ੍ਰੋਗਰਾਮ ਰੱਖਦੇ ਸੀਗੇ, ਅਸੀਂ ਜਾਂਦੇ ਸੀਗੇ, ਤੇ ਉਸ ਦੌਰਾਨ ਮੈਂ 1-2 ਵਾਰੀ ਉਹਨਾਂ ਨੂੰ ਮਿਲਿਆ ਹੋਇਆ। ਉਹਨਾਂ ਨੂੰ ਪਤਾ ਸੀ ਮੇਰਾ ਭਰਾ। ਮੈਂ ਵੀ ਉਸ ਨੂੰ ਮਿਲਿਆ ਹੋਇਆ, ਮੈਂ ਵੀ ਮਿਲਿਆ। ਤੁਹਾਨੂੰ ਵੀ ਪਰਸਨਲੀ ਜਾਣਦਾ ਹੋ? ਹਾਂ, ਬਿਲਕੁਲ ਜਾਣਦਾ। ਮੈਂ ਉਹਨੂੰ ਸੰਗਰੂਰ ਮਸਤੂਆਣਾ ਸਾਹਿਬ ਸਾਡੇ ਜਦੋਂ ਇੱਕ ਵਾਰੀ ਇੱਕ ਪ੍ਰੋਗਰਾਮ ਕੀਤਾ ਸੀਗਾ, ਇੱਕ ਮੀਟਿੰਗ ਕੀਤੀ ਸੀ, ਤੇ ਉਸ ਟਾਈਮ ਮੈਂ ਮਿਲਿਆ। ਔਰ ਰੀਨਾ ਨੂੰ ਵੀ ਮਿਲੇ ਹੋ? ਨਾ, ਮੈਂ ਰੀਨਾ ਨੂੰ ਨਹੀਂ ਮਿਲਿਆ। ਰੀਨਾ ਨੂੰ ਮੈਂ ਇੰਨਾ ਜ਼ਰੂਰ ਪਤਾ ਮੈਨੂੰ, ਜਦੋਂ ਬਾਈ ਦੀਪ ਜਦੋਂ FIR ਹੋ ਗਈ ਸੀ ਦਿੱਲੀ ਲਾਲ ਕਿਲੇ ਵਾਲੀ, ਤਾਂ ਉਦੋਂ ਕੀ ਸੀਗਾ ਕਿ ਜਿਹੜੀਆਂ ਵੀਡੀਓਜ਼ ਸੀਗੀਆਂ ਬਾਈ ਦੇ ਪੇਜ ਦਾ ਅਸੈਸ ਸੀਗਾ, ਉਦੋਂ ਇਹ ਰੀਨਾ ਨੂੰ। ਪੇਜ ਕੌਣ ਚਲਾ ਰਿਹਾ ਹੁਣ? ਦੀਪ ਸਿੱਧੂ ਦਾ ਪੇਜ ਹੁਣ ਕੌਣ ਚਲਾ ਰਿਹਾ? ਹਾਲ ਤੱਕ ਇਹ ਅੰਡਰ ਇਨਵੈਸਟੀਗੇਸ਼ਨ। ਅਸੀਂ ਤਾਂ ਆਪ ਇਸ ਚੀਜ਼ ਦੀ ਸਾਈਬਰ ਤੋਂ ਜਾਂਚ ਕਰਵਾਉਣਾ ਚਾਹਾਂਗੇ। ਤੁਹਾਨੂੰ ਪਰਿਵਾਰ ਨੂੰ ਨਹੀਂ ਪਤਾ? ਨਹੀਂ ਪਤਾ ਹਲੇ ਕਿਹਦੇ ਕੋਲੇ ਉਹਦੀ ਐਕਸੈਸ ਹੈ। ਮੈਂ ਤੁਹਾਡੇ ਕੋਲੇ ਇਹ ਗੱਲ ਕਰ ਰਿਹਾ ਸੀ ਪੂਰੀ। ਮੈਂ ਕਹਿੰਦਾ ਸੀ ਜਿਹੜਾ ਪੇਜ ਦਾ ਅਸੈਸ ਹੈ ਉਹ ਕਿਸ ਤਰ੍ਹਾਂ, ਪੇਜ ਦਾ ਅਸੈਸ ਕੀ ਸੀਗਾ ਉਸ ਟਾਈਮ, ਜਿਹੜਾ ਇਹ ਗੱਲ ਹੈਗੀ ਹੈ 31 ਜਨਵਰੀ ਤੋਂ ਬਾਅਦ ਦੀ, ਕਿ ਜਦੋਂ ਬਾਈ ਦੀਪ ਨੂੰ ਥੋੜੀ ਸਪੋਰਟ ਦੀ ਲੋੜ ਸੀ, ਜਦੋਂ ਪੂਰੀ ਖਲਕਤ ਖਿਲਾਫ ਸੀਗੀ, ਉਹਨੇ ਆਪਦਾ ਪੱਖ ਰੱਖਣ ਵਾਸਤੇ 1-2 ਵੀਡੀਓਜ਼ ਬਣਾਈਆਂ ਸੀ, ਤਾਂ ਉਹ ਚਾਹੁੰਦਾ ਸੀ ਵੀ ਆਪਦੇ ਪੇਜ ਤੇ ਪੋਸਟ ਕਰ ਦਈਏ। ਤਾਂ ਉਹ ਉਸ ਟਾਈਮ ਜਿਹੜਾ ਹੈਗਾ ਉਹ ਅਸੈਸ ਹੈ ਜਿਹੜਾ ਉਹ ਰੀਨਾ ਨੂੰ ਦੇਤਾ ਸੀ, ਬਿਕੋਜ਼ ਸ਼ੀ ਇਜ਼ ਦਾ ਕੋ-ਸਟਾਰ। ਉਹਨੇ ਕੰਮ ਕੀਤਾ ਸੀ ਉਹਦੇ ਨਾਲ, 2 ਫਿਲਮਾਂ ਕੀਤੀਆਂ ਸੀ, ਇੱਕ ਗਾਣਾ ਵੀ ਬਾਅਦ ਚ ਕੀਤਾ। ਤਾਂ ਉਸ ਤੇ ਇੰਨਾ ਕੁ ਭਰੋਸਾ ਸੀਗਾ ਬਾਈ ਦੀਪ ਨੂੰ, ਤਾਂ ਉਹਨੇ ਉਹ ਪੇਜ ਦਾ ਅਸੈਸ ਉਹਨੂੰ ਦਿੱਤਾ ਸੀ। ਤਾਂ ਉਹ ਮਤਲਬ ਉਸ ਟਾਈਮ ਦਾ ਉਹ ਸੀਗਾ, ਉਹ ਉੱਥੋਂ ਪੋਸਟ ਕਰਦੀ ਰਹੀ ਹੈ। ਇਹ ਉਸ ਟਾਈਮ ਨਿਊਜ਼ ਵੀ ਫਲੈਸ਼ ਹੋਈ ਸੀ, ਦਿੱਲੀ ਪੁਲਿਸ ਵੀਡੀਓਜ਼ ਦੀਪ ਬਣਾਉਂਦਾ ਰਿਹਾ ਜਦੋਂ ਦੀਪ ਫਰਾਰ ਸੀਗਾ। ਹਾਂਜੀ, ਉਹ ਵੀਡੀਓਜ਼ ਰੀਨਾ ਪੋਸਟ ਕਰਦੀ ਸੀ। ਬਿਲਕੁਲ, ਉਹ ਤਾਂ ਨਿਊਜ਼ ਵੀ ਆਈ ਸੀ। ਉਹ ਨਿਊਜ਼ ਵੀ ਉਸ ਟਾਈਮ ਤੁਸੀਂ ਕੱਢ ਕੇ ਦੇਖ ਲਓ, ਉਸ ਟਾਈਮ ਦੀਆਂ ਜਿਹੜੀਆਂ ਨਿਊਜ਼ ਸੀਗੀਆਂ, ਇਹ ਸ਼ਾਇਦ 6 ਫਰਵਰੀ ਜਾਂ 5 ਫਰਵਰੀ ਦੀ ਨਿਊਜ਼ ਹੋਊਗੀ। ਤਾਂ ਉਦੋਂ ਨੈਸ਼ਨਲ ਮੀਡੀਆ ਨੇ ਇਹ ਚੀਜ਼ ਨੂੰ ਬੜਾ ਰੇਜ਼ ਕੀਤਾ ਸੀਗਾ ਵੀ ਪੁਲਿਸ ਨੇ, ਦਿੱਲੀ ਪੁਲਿਸ ਨੇ ਵੀ ਇਹ ਕਿਹਾ ਸੀ ਵੀ ਅਸੀਂ ਰੀਨਾ ਦੇ ਖਿਲਾਫ ਵੀ ਕਾਰਵਾਈ ਕਰਾਂਗੇ। ਤਾਂ ਉਦੋਂ ਇਸ ਟਾਈਮ ਦੇ ਦੀਪ ਨੇ ਮੈਨੂੰ ਯਾਦ ਹੈ, ਦੀਪ ਨੇ ਮੈਨੂੰ ਗੱਲ ਕਹੀ, ਕਹਿੰਦਾ ਉਹਦਾ ਵਿਚਾਰੀ ਦਾ ਕੀ ਕਸੂਰ ਹੈ, ਬਿਕਾਜ਼ ਉਹ ਐ ਨਹੀਂ ਸੀ, ਦੀਪ ਉਹਦੀ ਕਦਰ ਕਰਦਾ ਸੀ, ਦੀਪ ਉਹਦੀ ਕਦਰ ਵੀ ਕਰਦਾ। ਇਹ ਨਹੀਂ ਕੋਈ, ਮੈਂ ਨਹੀਂ ਕਹਿ ਰਿਹਾ ਵੀ ਉਹਦੇ ਨਾਲ ਉਹ, ਬਿਕਾਜ਼ ਦੇਖੋ ਜਿਹਦੇ ਨਾਲ ਆਪਾਂ ਕੰਮ ਕਰਦੇ ਹਾਂ, ਰਹਿੰਦੇ ਹਾਂ, ਤਾਂ ਉਹਦੇ ਨਾਲ ਜ਼ਰੂਰੀ ਇਹ ਵੀ ਹੈਗਾ ਵੀ ਉਹ ਇੱਕ ਦਾ ਆਪਣਾ ਪਿਆਰ ਬਣ ਜਾਂਦਾ ਹੈ। ਜਿਵੇਂ ਹੁਣ ਕਿਸੇ ਨਾਲ ਵੀ ਆਪਾਂ ਕਾਫੀ ਲੰਬਾ ਸਮਾਂ ਕੰਮ ਕੀਤਾ ਤਾਂ ਉਹਦੇ ਨਾਲ ਆਪਣਾ ਉਹ ਜੀ ਆਪਦੀ ਰਿਲੇਸ਼ਨ ਹੈ ਜਿਹੜਾ ਉਸ ਤਰ੍ਹਾਂ ਡਿਵੈਲਪ ਹੋ ਜਾਂਦਾ ਹੈ। ਕੋਈ ਇਹ ਨਹੀਂ ਮੈਂ ਕਹਿ ਰਿਹਾ ਵੀ ਉਹਦੇ ਨਾਲ ਉਸ ਕਰਕੇ ਉਹ 'ਤੇ ਭਰੋਸਾ ਸੀ। ਤਾਂ ਉਦੋਂ ਬਾਈ ਨੇ ਇਹ ਵੀ ਕਿਹਾ ਜਦੋਂ ਇਹ ਨਿਊਜ਼ ਚੱਲ ਰਹੀ ਸੀ, ਬਈ ਕਹਿੰਦਾ ਇਹ ਉਹਦਾ ਕੀ ਕਸੂਰ ਹੈ। ਤਾਂ ਉਹ ਜਿਹੜਾ ਹੈਗਾ ਜਿਹੜਾ ਟੋਟਲੀ ਜਿਹੜਾ ਪੇਜ ਦਾ ਜਿਹੜਾ ਅਸੈਸ ਸੀਗਾ, ਤਾਂ ਉਹ ਉਸੇ ਟਾਈਮ ਦਾ ਜਿਹੜਾ ਉਹਦੇ ਕੋਲੇ ਸੀਗਾ ਅਸੈਸ। ਤੁਸੀਂ ਕੀ ਚਾਹੁੰਦੇ ਹੋ, ਲੋਕ ਦੀਪ ਸਿੱਧੂ ਦੇ ਨਾਲ ਕਿਸ ਨੂੰ ਯਾਦ ਕਰਨਗੇ ਹੁਣ? ਰੀਨਾ ਰਾਏ ਦਾ ਨਾਂ ਜੁੜਿਆ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਪਰਿਵਾਰ ਹੈ, ਦੀਪ ਦੀ ਵਾਈਫ ਹੈ, ਤੁਸੀਂ ਕਹਿ ਰਹੇ ਹੋ ਸੈਪਰੇਸ਼ਨ ਨਹੀਂ ਹੋਈ। ਦੇਖੋ, ਦੀਪ ਨੇ ਕੌਮ ਲਈ ਜੋ ਕੀਤਾ,
ਦੀਪ ਨੂੰ ਕੌਮ ਨੇ ਪ੍ਰਵਾਨ ਕੀਤਾ ਤਾਂ ਕੌਮ ਉਹਨੂੰ ਪ੍ਰਵਾਨ ਕਰ ਚੁੱਕੀ ਹੈ, ਤਾਂ ਇਹਦੇ ਵਾਸਤੇ ਕਿਸੇ ਨੂੰ ਮਤਲਬ ਕੁਛ ਨਹੀਂ, ਉਹ ਕੌਮ ਨੇ ਉਹਨਾਂ ਨੂੰ ਜੋ ਪ੍ਰਵਾਨਗੀ ਦੇਤੀ ਹੈ, ਉਹ ਵਾਹਿਗੁਰੂ ਦਸਮ ਪਿਤਾ ਦੇ ਜੋ ਉਹਨੇ ਮਤਲਬ ਧਾਰ ਕੇ ਜੋ ਉਹਨੇ ਆਪਦਾ ਕੌਮ ਲਈ ਕੀਤਾ ਉਹਨੂੰ ਦੇ ਚੁੱਕੀ ਹੈ, ਤਾਂ ਉਸ ਵਾਸਤੇ ਉਹਨੂੰ ਕਿਸੇ ਦਾ ਮਤਲਬ ਪ੍ਰਵਾਨਗੀ ਦੀ ਜ਼ਰੂਰਤ ਨਹੀਂ, ਔਰ ਰੱਬ ਆਪੇ ਹੀ ਕੌਮ ਨੇ ਦੇਣਾ ਤੇ ਕੌਮ ਆਪੇ ਦੇਊਗੀ। ਤੁਸੀਂ ਪੇਜ ਦੇ ਐਕਸੈਸ ਦੀ ਗੱਲ ਕਰ ਰਹੇ ਸੀ, ਵਿੱਚ ਰਹਿ ਗਈ, ਕੀ ਤੁਹਾਨੂੰ ਪਰਿਵਾਰ ਨੂੰ ਇਹ ਪਤਾ ਹੀ ਨਹੀਂ ਹੈ ਕਿ ਦੀਪ ਦਾ ਪੇਜ ਕੌਣ ਚਲਾ ਰਿਹਾ? ਨਹੀਂ, ਹਾਲੇ ਨਹੀਂ ਪਤਾ ਜੀ। ਕੀ ਉਹਦੀ ਆਈਡੀ ਉਹਦੇ ਫੋਨ ਤੋਂ ਲੌਗਡ ਇਨ ਸੀਗੀ, ਉਹ ਫੋਨ ਪੁਲਿਸ ਕੋਲੇ ਹੈ ਜਾਂ ਕਿਤੇ ਹੋਰ ਹੈ? ਸਰ ਜਿਹੜਾ 6S ਫੋਨ ਹੈ ਨਾ ਜੀ, ਉਹਦਾ IME ਨੰਬਰ ਸ਼ਾਇਦ ਜੇ ਕਹੂੰ ਤਾਂ ਮੈਂ ਰਿਫਲੈਕਟ ਕਰਕੇ ਦਿਖਾ ਦਿੰਦਾ, ਉਹਦਾ ਜਿਹੜਾ 6S ਫੋਨ ਆ ਉਹ ਮਿਸਿੰਗ ਹੈ, ਉਹ ਸਾਰਾ ਅਸੈਸ ਉਹਦੇ ਵਿੱਚ ਸੀਗਾ, ਉਹਦੀ ਐਪਲ ਆਈਡੀ ਉਹਦੇ ਸੀਗੀ, ਜਿੰਨੇ ਜੇਕਰ ਉਹ ਐਪਲ ਆਈਡੀ ਨਹੀਂ ਮਿਲਦੀ। ਜਿਹੜੀ ਉਹ ਫੇਸਬੁੱਕ ਚਲਾ ਰਿਹਾ ਸੀ ਉਹ ਕਿਹੜੇ ਫੋਨ ਤੋਂ ਚਲਾ ਰਿਹਾ ਸੀ? ਉਹ 6S ਤੋਂ। ਉਹ ਫੋਨ ਤੁਹਾਨੂੰ ਨਹੀਂ ਮਿਲ ਰਿਹਾ? ਨਹੀਂ ਮਿਲ ਰਿਹਾ। ਤੁਹਾਨੂੰ ਇਹ ਵੀ ਨਹੀਂ ਪਤਾ ਕਿੱਥੇ ਹੈ ਉਹ? ਨਾ ਜੀ। ਤਾਂ ਉਹ ਫੋਨ ਤੋਂ ਪਾਸਵਰਡਸ ਵਗੈਰਾ ਜਿਹੜੇ ਨੇ ਉਹਦੇ ਵਿੱਚ ਸੀਗੇ ਜਾਂ ਉਹ ਚੇਂਜ ਹੋਏ ਆ, ਜਾਂ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ? ਦੇਖੋ ਜਿਹੜੇ ਦੋ ਬਾਈ ਦੇ ਈਮੇਲ ਅਕਾਊਂਟ ਸੀਗੇ, ਜਿਹੜੇ ਦੋ ਬਾਈ ਦੇ ਮਤਲਬ ਸਿੱਧੂ IM ਦੀਪ ਤੇ ਇੱਕ ਦਿਸ ਇਜ਼ ਦੀਪ ਸਿੱਧੂ, ਉਹ ਜਿਹੜੇ ਹੈਗੇ ਉਹਨਾਂ ਦਾ ਅਸੀਂ ਮਤਲਬ ਕੀਤਾ, ਉਹ ਸਾਡੇ ਕੋਲੇ ਉਹਨਾਂ ਦਾ ਅਸੀਂ ਰਿਕਵਰ ਕਰ ਲਿਆ ਪਾਸਵਰਡ ਜਾਂ ਹੋਰ ਹੈ। ਤੇ ਦੂਸਰਾ ਜਿਹੜਾ ਹੈਗਾ ਫੇਸਬੁੱਕ ਦਾ, ਉਹ ਨਹੀਂ ਹੋ ਰਿਹਾ। ਉਹਦਾ ਇੰਨਾ ਕੁ ਜ਼ਰੂਰ ਪਤਾ ਲੱਗਿਆ ਕਿਉਂਕਿ ਉਹ ਮੇਲ ਆਈਡੀ ਦੀਪ ਦੀ ਮੌਤ ਤੋਂ ਬਾਅਦ ਕੋਈ ਪੋਸਟ ਪਈ ਹੈ ਉਹਦੇ ਤੇ? ਉਹ ਸਰ ਇੱਕ 20 ਫਰਵਰੀ ਨੂੰ ਸ਼ਾਇਦ ਇੱਕ ਪੋਸਟ ਪਈ ਸੀਗੀ। ਨਹੀਂ 18 ਨੂੰ ਸ਼ਾਇਦ, ਮੈਂ ਹਾਂ ਉਹ ਇੱਕ ਪੋਸਟ ਪਈ ਸੀਗੀ, ਉਹਦੇ ਤੇ ਸ਼ਾਇਦ ਲਿਖਿਆ ਸੀ ਰੈਸਟ ਇਨ ਪਾਵਰ, ਮੈਨੂੰ ਯਾਦ ਆ ਉਹ ਰੈਸਟ ਇਨ ਪਾਵਰ ਇੰਨਾ ਕੁ ਲਿਖ ਕੇ ਥੱਲੇ ਕੋਈ ਪੇਜ ਦੀ ਫੋਟੋ ਪਾਈ ਹੋਈ ਸੀਗੀ। ਤਾਂ ਉਹ ਕਿੱਥੋਂ ਪਈ, ਕਿਵੇਂ ਪਈ, ਇਸ ਬਾਰੇ ਕੋਈ ਜਾਣਕਾਰੀ ਨਹੀਂ? ਕੋਈ ਜਾਣਕਾਰੀ ਨਹੀਂ ਅਸਲ 'ਚ। ਇਹ ਤਾਂ ਇਹ ਦੇਖੋ, ਇਹ ਜਿਹੜੀਆਂ ਸਾਈਬਰ ਦੀਆਂ ਗੱਲਾਂ ਨੇ, ਇਹ ਤਾਂ ਹੁਣ ਜੇ ਕਈ ਅਸੀਂ ਸਾਈਬਰ ਦੀ ਜਿਹੜੀ ਸਾਈਬਰ ਸੈੱਲ ਕੋਲੇ ਜੇ ਅਸੀਂ ਅਪਰੋਚ ਕਰਾਂਗੇ ਤਾਂ ਦੈਨ ਜੇ ਸਾਨੂੰ ਨਹੀਂ ਮਿਲਿਆ ਤਾਂ ਅਸੀਂ ਕਰਕੇ ਤੇ ਫਿਰ ਅਸੀਂ ਉਹ ਉਸ ਤੋਂ ਬਾਅਦ ਦੇਖਾਂਗੇ ਉਹਦੇ ਤੇ ਕੀ ਐਕਸ਼ਨ ਲੈ, ਹਾਂਜੀ ਕੀ ਕਰਨਾ ਤੇ ਫਿਰ ਉਹ ਕਰਾਂਗੇ। ਤੁਹਾਡਾ ਰੀਨਾ ਰਾਏ ਦੇ ਨਾਲ ਕਿਸ ਤਰ੍ਹਾਂ ਦਾ ਸੰਬੰਧ ਰਿਹਾ? ਤੁਸੀਂ ਮਿਲਦੇ ਰਹੇ ਹੋ ਰੀਨਾ ਨੂੰ? ਮੈਂ ਫਿਲਮ 'ਚ ਹੀ ਮਿਲਦਾ ਰਿਹਾ ਜੀ, ਬਸ ਰੰਗ ਪੰਜਾਬ ਕਿਉਂਕਿ ਮੈਂ ਐਗਜ਼ੀਕਿਊਟ ਕੀਤੀ ਸੀ, ਉਦੋਂ ਬਾਅਦ ਦੇਸੀ ਮੈਂ ਐਗਜ਼ੀਕਿਊਟ ਕੀਤੀ ਸੀ, ਗਾਣਾ ਨਹੀਂ ਮੈਂ ਐਗਜ਼ੀਕਿਊਟ ਕੀਤਾ। ਦੇਸੀ ਕਿਹੜੀ ਫਿਲਮ ਸੀ? ਦੇਸੀ ਬਣੀ ਹੋਈ ਹੈ ਜੀ, 7-8 ਦਿਨ ਦਾ ਉਹਦਾ ਸ਼ੂਟ ਰਹਿੰਦਾ ਸੀਗਾ, ਉਹ ਮਤਲਬ ਕਿ 70-80% ਬਣੀ ਹੋਈ ਆ, ਪੂਰੀ ਨਹੀਂ ਬਣੀ ਹੋਈ ਦੇਸੀ ਫਿਲਮ। ਅੱਛਾ, ਉਹ ਪੰਜਾਬ ਦਾ ਪਾਰਟ ਹੋਇਆ ਦੀਪ ਸਿੱਧੂ ਤੇ ਰੀਨਾ ਰਾਏ? ਰੀਨਾ ਰਾਏ, ਹਾਂਜੀ। ਤੇ ਮੈਂ ਤਾਂ ਫਿਲਮ ਦੇ ਵਿੱਚ ਹੀ ਮਿਲਿਆ, ਮੈਂ ਮਤਲਬ ਕਿ ਰੰਗ ਪੰਜਾਬ। ਔਰ ਉਹ ਫਿਲਮ ਫਿਰ ਆਈ ਨਹੀਂ? ਰੰਗ ਪੰਜਾਬ ਆਈ ਹੋਈ ਹੈ, ਦੇਸੀ ਫਿਰ ਹਜੇ ਬਣੀ ਨਹੀਂ, ਸ਼ੂਟ ਕਰਨਾ ਸੀ ਉਹਦਾ 7 to 8 ਡੇਜ਼ ਦਾ ਸ਼ੂਟ ਪਿਆ ਹਜੇ ਬਾਕੀ, ਹੁਣ ਉਹ ਪਿਆ ਹੀ ਹੈ, ਹੁਣ ਉਹ ਤਾਂ ਬਣ ਹੀ ਨਹੀਂ ਸਕਦੀ। ਮੈਂ ਤਾਂ 2 ਫਿਲਮਾਂ ਉਹਦੇ ਨਾਲ ਕੀਤੀਆਂ, ਉਹਦੀ ਐਗਜ਼ੀਕਿਊਸ਼ਨ ਮੇਰੇ ਕੋਲੇ ਸੀ। ਉਸ ਤੋਂ ਬਾਅਦ ਦੀਪ ਦੇ ਨਾਲ ਉਹ ਅਕਸਰ ਉਹਦੀ ਦੋਸਤ ਸੀ ਜੇ ਆਉਂਦੀ ਜਾਂਦੀ ਸੀ, ਤੁਹਾਡੇ ਨਾਲ ਕਦੇ ਗੱਲਬਾਤ ਹੋਈ ਜਾਂ ਤੁਸੀਂ ਮਿਲੇ ਹੋ ਕਦੇ ਰੀਨਾ ਨੂੰ? ਨਹੀਂ ਮੈਂ ਨਹੀਂ ਮਿਲੇ, ਮੈਂ ਫਿਲਮ ਦੇ ਸਟਰਕਚਰ 'ਚ ਹੀ ਮਿਲਿਆ, ਅਦਰਵਾਈਜ਼ ਨਹੀਂ। ਬੰਬੇ ਰੀਨਾ ਤੇ ਦੀਪ ਰਹਿੰਦੇ ਰਹੇ, ਉਦੋਂ ਵੀ ਨਹੀਂ ਤੁਸੀਂ ਮਿਲੇ? ਨਹੀਂ, ਉਹ ਤਾਂ ਮੈਨੂੰ ਪਤਾ ਹੀ ਨਹੀਂਗਾ, ਜੇ ਪਤਾ ਹੁੰਦਾ ਤਾਂ ਜ਼ਰੂਰ ਪਤਾ ਹੁੰਦਾ, ਉਹ ਤਾਂ ਪਤਾ ਹੀ ਨਹੀਂ ਸਾਨੂੰ ਉਸ ਬਾਰੇ ਵੀ ਇਹ ਰਹਿੰਦੇ ਵੀ ਰਹੇ ਕਿ ਨਹੀਂ। ਬਿਲਕੁਲ। ਤਾਂ ਦੀਪ ਦੇ ਘਰ ਨਹੀਂ ਰੀਨਾ, ਬੰਬੇ ਜਿਹੜਾ ਦੀਪ ਦਾ ਘਰ ਹੈ ਉੱਥੇ ਰੀਨਾ ਨਹੀਂ ਆਉਂਦੀ ਸੀ? ਉੱਥੇ ਤਾਂ ਭਾਬੀ ਰਹਿੰਦੇ ਆ, ਉੱਥੇ ਕਿਵੇਂ ਆ ਜਾਣਗੇ? ਉੱਥੇ ਤਾਂ ਭਾਬੀ ਰਹਿੰਦੀ ਆ ਉੱਥੇ। ਤੁਹਾਡੇ ਘਰ ਇੱਥੇ ਜਿਹੜਾ ਘਰ ਸੀਗਾ ਮਨਦੀਪ ਹੋਣਾ ਦਾ ਘਰ, ਉੱਥੇ ਨਹੀਂ, ਉੱਥੇ ਵੀ ਉੱਥੇ ਕਿਵੇਂ? ਉੱਥੇ ਫੈਮਿਲੀ ਰਹਿੰਦੀ ਹੈ, ਉੱਥੇ ਮਨਦੀਪ ਦੀ ਫੈਮਿਲੀ ਰਹਿੰਦੀ ਹੈ, ਦੈਨ ਉੱਥੇ ਮੰਮੀ ਰਹਿੰਦੇ ਆ, ਉੱਥੇ ਬਣਦਾ ਹੀ ਨਹੀਂ ਕਿਸੇ ਹਿਸਾਬ ਨਾਲ। ਨਹੀਂ ਆਈ। ਤਾਂ ਇਸ ਪੂਰੀ 2-2.5 ਘੰਟੇ ਦੇ ਵਿੱਚ ਤੁਹਾਨੂੰ ਸਿਮਰ ਕੀ ਐਸਾ ਲੱਗਿਆ ਜੋ ਤੁਹਾਨੂੰ ਤੁਹਾਡੇ ਮੁਤਾਬਕ ਠੀਕ ਨਹੀਂ ਲੱਗਿਆ? ਦੇਖੋ, ਇਹਦੇ ਵਿੱਚ ਤਾਂ ਇਦਾਂ ਹੀ ਲੱਗਦਾ ਕਿ ਇਹ ਜਿਹੜੀ ਇੰਟਰਵਿਊ ਹੋਈ ਹੈ ਪਲਾਨਡ ਸੀਗੀ। ਇਹ ਇੰਟਰਵਿਊ, ਇਹ ਜਿਵੇਂ ਇੱਕ ਤੁਸੀਂ ਦੇਖਿਆ ਉਹਦੇ ਫਾਦਰ ਦੀ ਵੀ ਇੱਕ ਪੋਸਟ ਪਈ ਹੋਈ ਹੈ, ਉਹ ਪੜ੍ਹ ਕੇ ਬੋਲ ਰਹੇ ਆ ਸਾਰਾ ਕੁਝ, ਉਹ ਤਾਂ ਬਾਅਦ ਚੋਂ ਕਲੀਅਰ ਕਰ ਰਹੇ ਇੰਟਰਵਿਊਅਰ ਕਿ ਨਹੀਂ ਉਹ, ਪਰ ਉਹ ਤਾਂ ਇੰਦਾ ਥੋੜਾ ਹੁੰਦਾ ਕਿ ਆਪਣੇ ਮਦਰ ਫਾਦਰ ਦਾ ਨਾਮ ਹੀ ਭੁੱਲ ਜਾਾਂਗੇ ਆਪਾਂ, ਇੰਨਾ ਥੋੜਾ ਭਲੱਕੜ ਬੰਦਾ ਕੋਈ ਹੁੰਦਾ ਜੀ। ਦੇਖੋ ਜੀ, ਜਿਹਦੇ ਨਾਲ ਆਪਾਂ ਇਹ ਗੱਲ ਕਰ ਰਹੇ ਰਿਸ਼ਤਾ ਜੋੜਨ ਦੀ, ਕਹਿੰਦੇ ਵੀ ਸਾਡਾ ਤਾਂ ਮਤਲਬ ਅਸੀਂ ਮੈਰਿਜ ਪਲਾਨ ਕਰ ਰਹੇ ਸੀਗੇ, ਤਾਂ ਉਸ ਬਾਰੇ ਆਪਾਂ ਕਿਵੇਂ ਭੁੱਲ ਜਾਾਂਗੇ? ਉਹਦੇ 'ਚ ਮੈਨੂੰ ਕੁਛ ਗੱਲਾਂ ਥੋੜ੍ਹੀਆਂ ਜਿਹੀਆਂ ਸਕ੍ਰਿਪਟਡ ਲੱਗੀਆਂ। ਮੈਂ ਬੜਾ ਸਤਿਕਾਰ ਬਜ਼ੁਰਗ ਨੇ ਉਹ, ਮੈਂ ਕੋਈ ਉਹਨਾਂ ਬਾਰੇ ਕੋਈ ਨਹੀਂ ਕਰ ਰਿਹਾ, ਬਟ ਉਹ ਕਹਿ ਰਿਹਾ ਵੀ ਦੀਪ ਐਕਸਰਸਾਈਜ਼ ਕਰਦਾ ਸੀ, ਮੈਨੂੰ ਮੋਢੇ 'ਤੇ ਬਿਠਾ ਲੈਂਦਾ ਸੀ ਤੇ ਮੈਂ ਉਹ ਮਤਲਬ ਇੱਥੇ ਡੰਡ ਲਾਉਂਦਾ ਹੁੰਦਾ ਸੀਗਾ, ਕਾਫੀ ਕੁਛ ਮੈਂ ਸੁਣਿਆ। ਤਾਂ ਕਾਫੀ ਜਿਹੜਾ ਹੈਗਾ ਮੈਨੂੰ ਥੋੜ੍ਹਾ ਜਿਹਾ ਉਹ ਗੱਲਾਂ 'ਤੇ ਲੱਗਦਾ ਵੀ ਇਹ ਸਕ੍ਰਿਪਟਡ ਜਿਹੀਆਂ ਚੀਜ਼ਾਂ ਸੀਗੀਆਂ, ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀਆਂ ਹੈਗੀਆਂ ਵੀ ਹਜਮ ਹੋਣ ਵਾਲੀ ਨਹੀਂ ਆ, ਵੀ ਕੀ ਉਹ ਬੋਲ ਰਿਹਾ, ਕੀ ਕਰ ਰਿਹਾ ਉਹ, ਇਸ ਤਰ੍ਹਾਂ ਵੀ ਜਿਹੜਾ ਪ੍ਰੋਪਰਲੀ ਉਹਨੂੰ ਲਿਖ ਕੇ ਦਿੱਤਾ, ਜੋ ਲਿਖਿਆ ਉਹਨੇ ਉਹ ਬੋਲਤਾ।
ਤਾਂ ਇਹ ਸੀਗਾ। ਤੇ ਉਹ ਇੰਟਰਵਿਊ 'ਚ ਵੀ ਦੇਖਣਗੇ ਤਾਂ ਜੋ ਮਤਲਬ ਕਾਲਸ ਨੇ ਜਿਹੜੀਆਂ ਫੇਵਰ ਵਾਲੀਆਂ ਕਾਲਸ ਤਾਂ ਲੈ ਰਹੇ ਨੇ, ਬਾਅਦ ਜੋ ਉਹਨਾਂ ਨੇ WhatsApp ਕਾਲ ਲਈਆਂ, ਜੇ ਕੋਈ ਉਹਨੂੰ ਕਾਊਂਟਰ ਕਰਦਾ ਸੀ, ਕੋਈ ਕੁਐਸਚਨ ਕਰਨ ਦੀ ਕੋਸ਼ਿਸ਼ ਕਰਦਾ ਸੀ, ਥੈਂਕ ਯੂ, ਤੁਹਾਡੀ ਕਾਲ ਵੀ ਕੱਟਤੀ, ਮੇਰੀ ਕਾਲ ਵੀ ਡਿਸਕਨੈਕਟ ਕਰਤੀ। ਈਵਨ ਮੈਨੂੰ 40 ਸਕਿੰਟ ਜੋ ਵੀ ਸੀਗਾ, ਥੋੜ੍ਹਾ ਜਿਹਾ ਮੈਂ ਭਾਵੁਕ ਵੀ ਹੋ ਗਿਆ, ਕਿਉਂਕਿ ਉਸ ਟਾਈਮ ਕੀ ਸੀਗਾ ਕਿ ਦੇਖੋ ਜਦੋਂ ਕਿਸੇ ਆਪਣੇ ਤੇ ਬਿਨਾਂ ਗੱਲ ਤੋਂ ਦੋਸ਼ ਲੱਗਦਾ ਤਾਂ ਥੋੜ੍ਹਾ ਜਿਹਾ ਮਨ ਨੂੰ ਠੇਸ ਪਹੁੰਚਦੀ ਹੈ, ਜੋ ਕਿ ਦੋਸ਼ ਬੇਬੁਨਿਆਦ ਹੋਣ ਜਦੋਂ। ਤਾਂ ਮੈਂ ਉਦੋਂ ਥੋੜ੍ਹਾ ਜਿਹਾ ਜਦੋਂ ਉਹਨੂੰ ਮੈਂ ਕਾਲ ਕੀਤੀ ਹੈ ਤੇ ਵਿੱਚੋਂ ਮੈਨੂੰ ਵੀ ਇਸ ਤਰ੍ਹਾਂ ਲੱਗਿਆ ਵੀ ਇੱਕ ਜਿਹੜਾ ਦੀਪ ਬੰਬੇ ਤੋਂ ਚੱਲ ਕੇ ਇੱਥੇ ਆਇਆ ਤਾਂ ਉਹਨੇ ਸਭ ਕੁਝ ਛੱਡ ਛਡਾ ਕੇ ਤੇ ਉਹਨੇ ਕੀ ਕੁਛ ਕੀਤਾ ਪੰਜਾਬ ਦੀ ਕੌਮ ਲਈ ਜਾਂ ਹੋਰ ਹੈ। ਤੇ ਇੱਕ ਉਹਦੇ ਬਾਅਦ ਦੇ ਵਿੱਚ ਜਿਹੜਾ ਹੈਗਾ ਸਭ ਕੁਝ ਹੋਣ ਤੋਂ ਬਾਅਦ ਉਹਦਾ ਕਰੈਕਟਰ ਅਸੈਸੀਨੇਸ਼ਨ ਕਰਨ ਜਾ ਰਿਹਾ। ਕੋਈ ਨਹੀਂ ਬੋਲਿਆ ਪਰਿਵਾਰ ਕਨੀਓ ਤਾਂ ਪਹਿਲ ਕਿਉਂ ਕੀਤੀ? ਅਸੀਂ ਕੋਈ ਉਹਨਾਂ ਦੇ ਖਿਲਾਫ ਨਹੀਂ ਬੋਲਦੇ, ਅਸੀਂ ਕੋਈ ਉਹਨਾਂ ਦੇ ਖਿਲਾਫ ਨਹੀਂ ਬੋਲਦੇ, ਅਸੀਂ ਕੁਛ ਨਹੀਂ ਹੈਗਾ। ਅਸੀਂ ਚਲੋ ਜਾਣ ਵਾਲਾ ਚਲਾ ਗਿਆ, ਉਹ ਪਰਮਾਤਮਾ ਦੀ ਰਜ਼ਾ ਹੈ, ਜੋ ਜਿੰਨੇ ਉਹਦੇ ਸਵਾਸ ਰੱਬ ਨੇ ਬਖਸ਼ੇ ਸੀਗੇ ਉਹ ਭੁਗਤ ਕੇ ਜਾ ਚੁੱਕਾ। ਉਹਨੇ ਜੋ ਉਹਨੂੰ ਸੇਵਾ ਲਾਈ ਸੀ ਦਸਮ ਪਿਤਾ ਨੇ, ਉਹ ਉਹਨੇ ਆਪਦੀ ਖੂਬ ਨਿਭਾਈ। ਪਰ ਮੈਂ ਤਾਂ ਇੱਕ ਬੇਨਤੀ ਕਰੂੰਗਾ ਵੀ ਉਹਦਾ ਕਰੈਕਟਰ ਅਸੈਸੀਨੇਟ ਨਾ ਕਰੋ। ਬਿਲਕੁਲ ਅਸੀਂ ਸਮਝ ਸਕਦੇ ਹਾਂ ਤੁਹਾਡੇ ਜਜ਼ਬਾਤ ਨੇ, ਔਰ ਤੁਸੀਂ ਸਟੂਡੀਓ 'ਚ ਆਏ, ਸਮਾਂ ਦਿੱਤਾ, ਔਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਦੂਜੇ ਤੇ ਦੋਸ਼ ਲਾਉਣੇ ਜਾਂ ਪਬਲਿਕਲੀ ਇਸ ਤਰ੍ਹਾਂ ਕਰਨਾ ਇਹ ਨਹੀਂ ਹੋਣਾ ਚਾਹੀਦਾ। ਔਰ ਨਹੀਂ, ਇੱਕ ਗੱਲ ਤੁਹਾਡੇ ਕੋਲੇ ਹੋਰ ਕਹਿਣਾ ਚਾਹੁੰਦਾ, ਜੇ ਕੋਈ ਉਹਨੂੰ ਮਤਲਬ ਇਸ ਤਰ੍ਹਾਂ ਦੇ ਗਰੀਵੀਅੰਸ ਸੀਗੇ ਤਾਂ ਗੱਲ ਕਰ ਸਕਦੀ ਸੀਗੀ। ਤੂੰ ਕਿਹੜਾ ਸਿਮਰ ਦਾ, ਜਦੋਂ ਸਿਮਰ ਨਾਲ ਪਹਿਲਾਂ ਗੱਲ ਕਰਦੀ ਰਹੀ ਹੈ, ਸਿਮਰ ਨੂੰ ਕਾਲ ਕਰ ਲੈਂਦੀ, ਅਕਸਰ ਗੱਲ ਹੋ ਜਾਂਦੀ ਤੁਹਾਡੀ। ਉਦੋਂ ਹੀ ਹੋਈ, ਪਹਿਲਾਂ ਵੀ ਨਹੀਂ ਹੋਈ ਗੱਲ। ਉਸ ਦਿਨ ਐਕਸੀਡੈਂਟ ਤੋਂ ਬਾਅਦ ਹੀ ਹੋਈ ਗੱਲ, ਪਹਿਲਾਂ ਨਹੀਂ ਕੋਈ ਗੱਲ ਹੋਈ। ਐਕਸੀਡੈਂਟ ਤੋਂ ਬਾਅਦ ਉਸ ਦਿਨ ਮਨਦੀਪ ਨਾਲ ਹੋ ਜਾਂਦੀ ਸੀ? ਨਹੀਂ, ਮਨਦੀਪ ਨਾਲ ਤਾਂ ਕਦੇ ਵੀ ਨਹੀਂ ਹੋਈ ਗੱਲ। ਜਿਹੜਾ ਉਹ ਕਹਿ ਰਿਹਾ ਨਾ ਮਨਦੀਪ ਨੇ ਇਦਾਂ, ਮਨਦੀਪ ਨੇ ਉਦਾਂ, ਉਹ ਕੁਝ ਮਨਦੀਪ ਨਾਲ ਤਾਂ ਬਿਲਕੁਲ ਵੀ ਗੱਲ ਨਹੀਂ ਹੁੰਦੀ ਸੀ, ਕਿਉਂਕਿ ਮਨਦੀਪ ਆਪਦਾ ਕੰਮ ਕਰਦਾ, ਲੁਧਿਆਣੇ ਕਚਹਿਰੀ ਦੇ ਵਿੱਚ ਹੈਗਾ ਉਹ, ਠੀਕ ਹੈ। ਉਹਦੇ ਕੋਲ ਆਪਦੇ ਕੋਲ ਹੀ ਉਨਾ ਟਾਈਮ ਨਹੀਂ ਹੈਗਾ ਕਿ ਉਹ ਆਪਦਾ ਉਹਦੇ ਵਿੱਚ ਬਿਜ਼ੀ ਆਪਦੇ ਕੰਮਕਾਰ ਦੇ ਵਿੱਚ। ਇੱਕ ਥੋੜਾ ਜਿਹਾ ਮੈਂ ਹੋਰ ਇੱਥੇ ਮੇਰੇ ਇੰਟਰਵਿਊ ਸੁਣੀ ਰੀਨਾ ਦੀ, ਉਹਦੇ 'ਚ ਇੱਕ ਗੱਲ ਬੜੀ ਹੋਰ ਜਿਹੜੀ ਕਿ ਇੰਪਰੋਬੇਬਲ ਜੀ ਲੱਗੀ। ਕਹਿੰਦੀ ਵੀ ਅਸੀਂ ਚੱਲੇ ਹੋਟਲ ਤੋਂ ਤੇ ਪਹਿਲਾਂ ਕਹਿੰਦੇ ਅਸੀਂ ਪੰਜਾਬ ਜਾਣਾ, ਫਿਰ ਰਾਸਤੇ 'ਚ ਬੰਬੇ ਜਾਣਾ। ਤਾਂ ਉਹ ਕਾਫੀ ਵਾਰੀ ਜਿਹੜੀ ਆ ਮਿਸ ਸਟੇਟਮੈਂਟ, ਸ਼ਾਇਦ ਉਹ ਘਬਰਾਈ ਵੀ ਹੋਵੇ, ਉਹਨੇ ਤਾਂ ਦੇਤੀ ਹੋਵੇ। ਮਤਲਬ ਉਹ ਗੱਲ ਵੀ ਇਸ ਤਰ੍ਹਾਂ ਨਹੀਂ ਸੀ, ਕਿਉਂਕਿ ਮੇਰੇ ਨਾਲ ਗੱਲ ਹੋਈ ਸੀ ਬਾਈ ਦੀ 13 ਨੂੰ ਗੱਲ ਹੁੰਦੀ ਹੈ। ਬਾਈ ਕਹਿੰਦਾ ਮੈਂ ਪੰਜਾਬ ਆ ਰਿਹਾ ਤੇ ਆਪਾਂ ਜਿਹੜੀ ਜੋਰਾ ਰੀਲੋਡਡ ਵਾਸਤੇ ਆਪਾਂ ਬਠਿੰਡੇ ਉੱਥੇ ਪਲਾਨ ਕਰਨਾ, ਆਪਾਂ ਕੰਮ ਕਰਾਂਗੇ। ਤਾਂ ਕੰਮ ਪ੍ਰਤੀ ਕਾਫੀ ਉਹਦਾ ਜਿਹੜੀ ਧਿਆਨ ਸੀ। ਉਸ ਦਿਨ ਗੱਲ ਹੋਈ ਤੁਹਾਡੀ? ਹੋਈ ਹਾਂ, ਮੇਰੀ ਉਸ ਦਿਨ ਕਾਫੀ, ਉਸੇ ਦਿਨ ਐਕਸੀਡੈਂਟ ਵਾਲੇ ਸਵੇਰ ਤੋਂ ਲੈ ਕੇ ਮੇਰੀ ਗੱਲ ਹੁੰਦੀ ਰਹੀ ਹੈ ਉਹਨਾਂ ਨਾਲ ਕਿ ਆਹ ਫਿਲਮ ਦੇ ਰਿਗਾਰਡਿੰਗ, ਕਿਉਂਕਿ ਅਸੀਂ 5 ਤੋਂ 10 ਦੇ ਵਿੱਚ ਸ਼ੂਟ ਸ਼ੁਰੂ ਕਰ ਰਹੇ ਸੀ। ਜੋਰਾ ਰੀਲੋਡਡ 5 ਨੂੰ ਸਟਾਰਟ ਕਰਨਾ ਸੀ। ਹਾਂ, 5 ਤੋਂ 10 ਦੇ ਵਿੱਚ ਸ਼ੁਰੂ ਸੀ ਸਾਡੀ ਫਿਲਮ ਉਹ। ਤੇ ਉਹਦੇ ਰਿਗਾਰਡਿੰਗ ਸਿਮਰ ਉਹਨੂੰ ਕਾਲ ਕਰ, ਸਿਮਰ ਮੈਂ ਉਵੇਂ ਹੀ ਕਾਲ ਕਰ ਰਿਹਾ ਸੀ, ਕਾਨਫਰੰਸ ਕਾਲਾਂ ਕਰ ਰਿਹਾ ਸੀਗਾ। ਮੈਂ ਕਹਿ ਦਿੰਦਾ ਸੀ ਬਾਈ ਇਹਨੂੰ ਤੁਹਾਨੂੰ ਕਹਿਣਾ ਪੈਣਾ, ਲਿਆ ਮੈਂ ਕਹਿਣਾ, ਤੂੰ ਕਾਨਫਰੰਸ ਲਾ। ਮੇਰੀ ਉਹਦੇ ਨਾਲ, ਕਿਉਂਕਿ ਅਸੀਂ ਆਪਦੀ ਫਿਲਮ ਤੇ ਆ ਗਏ ਸੀ, ਮੈਨੂੰ ਕਹਿਤਾ ਸੀਗਾ ਕਿ ਤੂੰ ਸ਼ੁਰੂ ਕਰ ਸਾਰਾ ਕੰਮ, ਤੇ ਅਸੀਂ ਸ਼ੁਰੂ ਕਰ ਲਿਆ ਸੀ ਕੰਮ। 5 ਦਿਨ ਕਿੰਨੇ ਰਹਿ ਗਏ ਸੀ? 15-20 ਦਿਨ ਰਹਿ ਗਏ ਸੀਗੇ। ਕਾਸਟਿਊਮ ਇਹ ਉਹ ਸਾਰਾ ਉਹਦੇ ਲਈ ਮੈਂ ਰੈਡੀ ਹੋ ਗਿਆ ਸੀਗਾ। ਤੇ ਉਸ ਦਿਨ ਕਹਿੰਦੇ ਆਪਾਂ ਕਰੀਏ ਸ਼ੁਰੂ, ਬਸ ਆਪਾਂ ਲੱਗੀਏ ਇਸ ਕੰਮ ਤੇ। ਅਸੀਂ ਲੱਗ ਗਏ ਸੀਗੇ। ਉਸ ਦਿਨ ਵੀ ਕਰਨਾਲ ਹੀ ਆਉਣਾ ਸੀ ਨਾ, ਕਰਨਾਲ ਜਿਹੜਾ ਉਸ ਦਿਨ ਕਰਨਾਲ ਆ ਰਹੇ ਸੀ, ਕਰਨਾਲ ਹੀ ਆਉਣਾ ਸੀ। ਉਹ ਪਹਿਲਾਂ ਤੋਂ ਪਲਾਨ ਸੀ। ਹੁਣ ਉਹਦੇ ਵਿੱਚ ਅਸੀਂ ਕਹਿੰਦੀ ਪਹਿਲਾਂ ਬੰਬੇ ਜਾ ਰਹੇ ਸੀਗੇ। ਮੈਂ ਕਿਹਾ ਮੈਨੂੰ ਦੀਪ ਕਹਿੰਦਾ ਬੰਬੇ ਜਾਣਾ ਹੈ, ਉਹ ਕਿਹਾ ਓਕੇ ਚਲੋ ਬੰਬੇ ਚੱਲੀਏ। ਫਿਰ ਕਹਿੰਦੇ ਆਪਾਂ ਪੰਜਾਬ ਜਾਣਾ, ਓਕੇ ਚਲੋ ਪੰਜਾਬ ਚੱਲੀਏ। ਦੇਖੋ ਜੇ ਫਿਰ ਕਹਿੰਦੇ ਬੰਬੇ ਜਾ ਰਹੇ ਆ, ਸੋਨੂ ਨੂੰ ਕਹਿੰਦੇ ਸੋਨੂ ਤੂੰ ਵਾਪਸ ਜਾ, ਅਸੀਂ ਬੰਬੇ ਚੱਲੇ। ਸੋਨੂ ਨੂੰ ਕਿੱਥੇ ਮਿਲੇ? ਸੋਨੂ ਹੀ ਦਿੱਲੀ ਤੋਂ ਬਾਹਰ ਕੱਢਦਾ ਸੀ ਨਾ। ਸੋਨੂ ਨੂੰ ਰਸਤਾ ਪਤਾ ਸੀ, ਬਾਈ ਨੂੰ ਰਸਤੇ ਨਹੀਂ ਪਤਾ ਸੀ। ਸੋਨੂ ਨੂੰ ਕਾਲ ਕਰ ਲੈਂਦੇ, ਸੋਨੂ ਸਾਨੂੰ ਬਾਹਰ ਕੱਢ ਕੇ ਆ। ਜਿਹੜੇ ਰਾਹ ਤੇ ਉਹ ਸੀਗੇ ਉਹ ਤਾਂ ਪੰਜਾਬ ਵੱਲ ਨੂੰ ਨਹੀਂ ਜਾਂਦਾ ਸੀਗਾ, ਤੇ ਪੰਜਾਬ ਵੱਲ ਜਾਂਦੇ ਹੀ ਐਕਸੀਡੈਂਟ ਹੋਇਆ। ਤੇ ਉਹਦੇ ਵਿੱਚ ਕਹਿ ਰਹੇ ਆ ਕਿ ਮਤਲਬ ਕਿ ਅਸੀਂ ਬੰਬੇ ਜਾ ਰਹੇ ਸੀ, ਬੰਬੇ ਚੱਲੇ ਆ। ਸੋਨੂ ਨੂੰ ਡਿੱਪਰ ਮਾਰੇ, ਸੋਨੂ ਨੂੰ ਕਿਹਾ ਕਿ ਅਸੀਂ ਸੋਨੂ ਬੰਬੇ ਚੱਲੇ ਆ, ਤੂੰ ਇੱਥੋਂ ਮੁੜ ਜਾ ਵਾਪਸ। ਉਹਨੂੰ ਚਾਕਲੇਟਸ ਦਿੱਤੀਆਂ, ਚਲੋ ਠੀਕ ਹੈ ਹਨਾ। ਪਰ ਜਿਹੜੇ ਰਾਹ ਤੇ ਐਕਸੀਡੈਂਟ ਹੋਇਆ ਉਹ ਤਾਂ ਪੰਜਾਬ ਵੱਲ ਨੂੰ ਹੀ ਜਾ ਰਿਹਾ ਸੀ ਹਨਾ। ਸਾਡੇ ਨਾਲ ਗੱਲ ਹੋਈ ਹੈ, ਕਰਨਾਲ ਜਾ ਰਹੇ ਸੀਗੇ। ਇੱਕ ਤਾਂ ਉਹ ਗਾਣੇ ਦਾ ਸੀਗਾ, ਗਾਣਾ ਤੁਹਾਨੂੰ ਪਤਾ ਉਦੋਂ ਥੋੜੇ ਦਿਨਾਂ ਬਾਅਦ ਉਹਨਾਂ ਨੇ ਰਿਲੀਜ਼ ਕਰਤਾ ਗਾਣਾ, ਟ੍ਰਿਬਿਊਟ ਦੇਤਾ ਉਹਨਾਂ ਨੇ ਬਾਈ ਨੂੰ, ਗਾਣਾ ਰਿਲੀਜ਼ ਕਰਤਾ। ਤੇ ਦੈਨ ਅਗਲਾ ਫਰਦਰ ਸਾਗਾ ਕੋਲ ਹੀ ਸਾਡੀ ਜੋਰਾ ਸੀਗੀ ਜਿਹੜੀ ਅਸੀਂ ਨਵੀਂ ਸ਼ੂਟ ਕਰਨੀ ਸੀ, ਰੀਲੋਡਡ। ਤੇ ਉਹਦੇ ਰਿਗਾਰਡਿੰਗ ਗਾਣਾ ਕਦੋਂ ਕੀਤਾ? ਗਾਣਾ ਉਦੋਂ ਮੈਨੂੰ ਲੱਗਦਾ 25 26 ਤਰੀਕ ਨੂੰ ਕੀਤਾ ਉਹਨਾਂ ਨੇ ਲਾਂਚ, ਸਾਗਾ ਵਾਲਿਆਂ ਨੇ।
ਨਹੀਂ ਨਹੀਂ, ਇਹ ਸ਼ੂਟ ਕਦੋਂ ਕੀਤਾ ਸੀ? ਨਵੰਬਰ 'ਚ ਸ਼ੂਟ ਕੀਤਾ ਜੀ। ਨਵੰਬਰ ਸ਼ੂਟ ਕੀਤਾ ਸੀ। ਤਾਂ ਇਹ ਬਹੁਤ ਸਾਰੇ ਸਵਾਲ ਨੇ, ਬਹੁਤ ਸਾਰੀਆਂ ਗੱਲਾਂ ਨੇ। ਹਾਲਾਂਕਿ ਅਸੀਂ ਨਹੀਂ ਚਾਹੁੰਦੇ ਕਿ ਫਿਰ ਰਿਪਲਾਈ ਆਵੇ, ਫਿਰ ਤੁਸੀਂ ਰਿਪਲਾਈ ਕਰੋ, ਪਰ ਤੁਸੀਂ ਆਪਣੀਆਂ ਗੱਲਾਂ ਰੱਖੀਆਂ ਅੱਜ ਸਟੂਡੀਓ ਦੇ ਵਿੱਚ ਆ ਕੇ। ਜੇ ਕੋਈ ਹੋਰ ਤੁਹਾਡੇ ਜ਼ਿਹਨ ਦੇ ਵਿੱਚ ਗੱਲ ਹੈ ਤਾਂ ਮੈਂ ਚਾਹੁੰਦਾ ਉਹ ਵੀ ਤੁਸੀਂ ਜ਼ਰੂਰ। ਮੈਂ ਤਾਂ ਇੰਨੀ ਰਿਕੁਐਸਟ ਕਰੂੰਗਾ ਵੀ ਜੇ ਮਤਲਬ ਕੋਈ ਵੀ ਮਨ 'ਚ ਉਹਨਾਂ ਦੇ ਗੱਲ ਹੈ ਤਾਂ ਉਹ ਡਾਇਰੈਕਟ ਸਿਮਰ ਬੈਠਾ, ਮਨਦੀਪ ਬੈਠਾ, ਉਹਦੇ ਨਾਲ ਗੱਲ ਕਰ ਲੈਣ। ਕੋਈ ਸਾਨੂੰ ਕੋਈ ਇਹ ਨਹੀਂ ਵੀ ਅਸੀਂ ਮੀਡੀਆ 'ਚ ਆ ਕੇ ਜਾਂ ਉਹਨਾਂ ਦੀ ਕੋਈ ਭੰਡੀ ਪ੍ਰਚਾਰ ਅਸੀਂ ਕਰੀਏ ਜਾਂ ਉਹ। ਮੈਂ ਤਾਂ ਇਹ ਬੇਨਤੀ ਕਰੂੰਗਾ ਕਿਉਂਕਿ ਅਸੀਂ ਕਿਸੇ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੁੰਦੇ ਕਿਸੇ 'ਚ, ਤੇ ਅਸੀਂ ਜੋ ਦੀਪ ਨੂੰ ਕਿਸੇ ਵੀ ਇਸ ਤਰ੍ਹਾਂ ਦੀ ਨਾ ਹੀ ਅਸੀਂ ਚਾਹੁੰਦੇ ਹਾਂ, ਤਾਂ ਅਸੀਂ ਤਾਂ ਇਹ ਕਹਿਣਾ ਤੁਸੀਂ ਜੇ ਕੋਈ ਵੀ ਗੱਲ ਹੈ ਤਾਂ ਤੁਸੀਂ ਗੱਲ ਕਰ ਲਓ। ਅਸੀਂ ਤਾਂ ਕਦੇ ਮਨਾ ਹੀ ਨਹੀਂ ਕੀਤਾ ਕਿ ਸਾਡੇ ਨਾਲ ਗੱਲ ਨਾ ਕਰੋ, ਪਰ ਇਦਾਂ ਆ ਕੇ ਗੱਲ ਕਰੋਗੇ। ਉਹ ਕਹਿ ਰਿਹਾ ਕਿ ਮਨਦੀਪ ਕਹਿ ਰਿਹਾ ਸੀ ਅਸੀਂ ਭੋਗ ਤੋਂ ਬਾਅਦ ਵੀਡੀਓ ਪਾ ਦਾਂਗੇ ਇੱਕ, ਹਨਾ। ਸਾਡੀ ਤਾਂ ਕੋਈ ਗੱਲ ਹੀ ਨਹੀਂ ਹੋਈ ਇਸ ਲੈਵਲ ਤੇ, ਅਸੀਂ ਕਿਉਂ ਕਵਾਂਗੇ ਨਾਲੇ, ਹਨਾ। ਇਸ ਬਾਰੇ ਵੀਡੀਓ ਕਿ ਰੀਨਾ ਬਾਰੇ, ਕਿ ਅਸੀਂ ਰੀਨਾ ਨੂੰ ਐ ਕਰਕੇ ਉਹ ਅਸੀਂ ਭੇਜਿਆ ਸੀ ਬਾਹਰ, ਅਸੀਂ ਕਿਹਾ ਸੀ ਤੂੰ ਜਾ ਬਾਹਰ, ਸਾਡੀ ਤਾਂ ਕੋਈ ਗੱਲ ਹੀ ਨਹੀਂ ਹੋਈ। ਉਹ ਤਾਂ ਪਹਿਲਾਂ ਪਲਾਨ ਸੀ ਜੀ, ਜਦੋਂ ਟਿਕਟ ਉਹਦੀ ਬੁਕਿੰਗ ਸੀਗੀ, ਉਹਦਾ ਕੋਈ ਪਹਿਲਾਂ ਤਾਂ ਇਹ ਤਾਂ ਹੈ ਨਹੀਂ ਵੀ ਉਦੋਂ ਬਾਅਦ ਬੁਕਿੰਗ ਕੀਤੀ, ਉਹ ਤਾਂ ਬੁਕਿੰਗ ਉਹਦੀ ਪਹਿਲਾਂ ਹੀ ਸੀ, ਉਹਨੇ ਜਾਣਾ ਸੀ। ਈਵਨ ਉਹਨੇ ਇਹ ਪੋਸਟ ਵੀ ਪਾਈ ਹੈ ਇੰਸਟਾ ਤੇ ਵੀ ਮੈਂ ਬਾਹਰ ਜਾ ਰਹੀ ਹਾਂ, ਨਹੀਂ ਪਹਿਲਾਂ ਵੀ ਇਹਨੇ ਮਤਲਬ ਪੋਸਟ ਵੀ ਇੰਸਟਾ ਤੇ ਇਹਨੇ ਪਾਈ ਹੋਈ ਹੈ ਵੀ ਮੈਂ ਬਾਹਰ ਜਾ ਰਹੀ ਹਾਂ, ਤੇ ਉਹ ਪੋਸਟ ਦੇ ਵਿੱਚ ਕਲੀਅਰ ਸੀਗਾ। ਤੇ ਫਿਰ ਉਹ ਉਸ ਟਾਈਮ ਜੇ ਮਨਦੀਪ ਨੇ ਕਹਿਣਾ ਜਾਂ ਵੀ ਮਨਦੀਪ ਤੂੰ ਚਲਾ ਜਾ, ਉਹ ਦਰਅਸਲ ਝੂਠੀ ਗੱਲ ਹੈ, ਤੇ ਨਾ ਹੀ ਮਨਦੀਪ ਨੂੰ ਉਸ ਟਾਈਮ ਕੁਝ ਸੁਝਿਆ। ਮਨਦੀਪ ਇਦਾਂ ਦਾ ਬੰਦਾ ਹੀ ਨਹੀਂ ਹੈਗਾ, ਮਨਦੀਪ ਇਦਾਂ ਦਾ ਬੰਦਾ ਹੀ ਨਹੀਂ ਹੈਗਾ ਕਿ ਉਹ ਇਦਾਂ ਦਾ ਇਹ ਕਹੂਗਾ। ਉੱਥੇ ਤਾਂ ਕਿਸੇ ਨੂੰ ਰੋਕਿਆ ਹੀ ਨਹੀਂ। ਮੈਂ ਹੁਣ ਇੱਕ ਹੋਰ ਗੱਲ ਦੱਸ ਦਿੰਦਾ, ਪਰਿਵਾਰਕ ਮੈਂਬਰ ਵੀ ਆਏ ਉੱਥੇ, ਉਹੀ ਦੱਸਣ ਲੱਗਿਆ। ਫਿਊਨਲ ਤੇ ਤਾਂ ਨਹੀਂ, ਸੰਸਕਾਰ ਤੇ ਤਾਂ ਨਹੀਂ ਆਏ। ਉਹਨਾਂ ਦਾ ਬ੍ਰਦਰ ਜਿਹੜਾ ਪੰਜਾਬ ਵਾਲਾ ਉਹ ਸੀਗਾ ਭੋਗ ਤੇ, ਉਹ ਫੁੱਲ ਜਿੱਥੇ ਅਸੀਂ ਫੁੱਲ ਪਾ ਕੇ ਆਏ ਜਿੱਦਾਂ ਕੀਰਤਪੁਰ ਸਾਹਿਬ, ਉੱਥੇ ਵੀ ਸੀਗਾ ਉਹਦਾ ਭਰਾ। ਅਸੀਂ ਤਾਂ ਰੋਕਿਆ ਨਹੀਂ, ਜਾਂ ਤਾਂ ਅਸੀਂ ਉੱਥੋਂ ਨੂੰ ਭਜਾ ਦਿੰਦੇ ਜੇ ਰੋਕਿਆ ਹੁੰਦਾ। ਉਹ ਦੋਨੇ ਦਿਨ ਉੱਥੇ ਸੀਗਾ, ਫਿਊਨਲ ਤੇ ਤੇ ਭੋਗ ਤੇ ਵੀ ਸੀਗਾ, ਤੇ ਦੈਨ ਉਹਦੇ ਤੇ ਵੀ ਸੀਗਾ ਫੁੱਲ ਪਾਉਣ ਤੇ ਵੀ। ਬਿਲਕੁਲ, ਬਹੁਤ ਧੰਨਵਾਦ ਤੁਸੀਂ ਸਟੂਡੀਓ ਦੇ ਵਿੱਚ ਆਏ, ਸਮਾਂ ਦਿੱਤਾ। ਔਰ ਹਾਲਾਂਕਿ ਸਮਾਂ ਐਸਾ ਹੈ ਔਰ ਜਜ਼ਬਾਤ ਵੀ ਹੁੰਦੇ ਨੇ, ਪਰ ਰੀਨਾ ਰਾਏ ਦਾ ਇੰਟਰਵਿਊ ਔਰ ਉਸ ਤੋਂ ਬਾਅਦ ਹੁਣ ਪਰਿਵਾਰ ਦੇ ਵੱਲੋਂ ਕੁਝ ਸਵਾਲ ਜਿਹੜੇ ਬਣਦੇ ਸੀ ਅਸੀਂ ਕੀਤੇ ਨੇ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।